प्यारे ਸਰੋਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮਿੰਟੂ ਗੁਰੂ ਸਰੀਆ ਲੈ ਕੇ ਹਾਜ਼ਰ ਹੋਇਆ ਅੱਜ ਇੱਕ ਵਿਸ਼ੇਸ਼ ਲੜੀ ਦਾ ਇਹ ਪ੍ਰੋਗਰਾਮ। ਇਹਦੇ ਵਿੱਚ ਆਪਣੇ ਨਾਲ ਹੋਣਗੇ ਜੀ ਭਾਈ ਪ੍ਰਭ ਸ਼ਰਮ ਜੀ। ਤੁਸੀਂ ਜਾਣਦੇ ਹੋ ਜਿਵੇਂ ਰੇਡੀਓ ਵੌਇਸ ਆਫ ਖਾਲਸਾ ਤੇ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਜਿਹੜੇ ਬਹੁਤ 20ਵੀਂ ਸਦੀ ਤੇ ਜਿੱਦਾਂ ਕਹਿ ਲਈਏ ਕਿ ਕ੍ਰਾਂਤੀਕਾਰੀ ਮਹਾਨ ਕ੍ਰਾਂਤੀਕਾਰੀ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ 20ਵੀਂ ਸਦੀ ਦੇ ਮਹਾਨ ਯੋਧੇ ਵਜੋਂ, ਉਹਨਾਂ ਦੀ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਉਹਨਾਂ ਦੇ ਜੀਵਨ ਬਾਰੇ ਜਿਹੜੀ ਵਿਸ਼ੇਸ਼ ਲੜੀ ਚਲਾਈ ਜਾ ਰਹੀ ਹੈ ਪ੍ਰੋਗਰਾਮਾਂ ਦੀ ਰੇਡੀਓ ਵੌਇਸ ਆਫ ਖਾਲਸਾ ਵੱਲੋਂ, ਉਹਦੇ ਤਹਿਤ ਇੱਕ ਪ੍ਰੋਗਰਾਮ ਹੈ ਉਹ ਆਇਆ। ਔਰ ਮੇਰੇ ਨਾਲ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਭਾਈ ਪ੍ਰਭ ਸ਼ਰਮਦੀਪ ਜੁੜਨਗੇ ਯੂਕੇ ਤੋਂ, ਜਿਹੜੇ ਸਿੱਖ ਚਿੰਤਕ ਨੇ ਔਰ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ ਆਪਣਾ ਅਧਿਐਨ ਕਰ ਰਹੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਰਨੈਲ ਸਿੰਘ ਖਾਲਸਾ ਜੀ ਵਾਲੇ ਜਿਹੜੇ ਉਹਨਾਂ ਦੇ ਜੀਵਨ ਬਾਰੇ ਕੁਝ ਐਸੇ ਪਹਿਲੂ ਜੋ ਸ਼ਾਇਦ ਅਸੀਂ ਨਾ ਅਜੇ ਤੱਕ ਸੁਣੇ ਹੋਣ ਜਾਂ ਅਣਛੂਹੇ ਹੋਣ, ਉਹਨਾਂ ਤੇ ਅਸੀਂ ਝਾਤ ਪਾਉਣ ਦੀ ਕੋਸ਼ਿਸ਼ ਕਰਾਂਗੇ। ਭਾਈ ਪ੍ਰਭ ਸ਼ਰਮਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਭਾਈ ਪ੍ਰਭ ਸ਼ਰਮਦੀਪ ਸਿੰਘ ਜੀ, ਜਿਹੜਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦਾ ਜਨਮ ਦਿਨ ਜਿਹੜਾ ਮਨਾਇਆ ਜਾਣਾ ਹੈ, ਜੋ ਮਨਾਇਆ ਜਾ ਰਿਹਾ, ਮੈਂ ਇਹ ਜਾਣਨਾ ਚਾਹੁੰਦਾ ਕਿਉਂਕਿ ਸ਼ਾਇਦ ਮੇਰੇ ਵਰਗੇ ਹੋਰ ਵੀ ਕੁਝ ਹੋਣਗੇ ਨੌਜਵਾਨ, ਅਸੀਂ ਇਹਨਾਂ ਬਾਰੇ ਬਹੁਤ ਸੁਣਿਆ ਪੜ੍ਹਿਆ ਕਿਤਾਬਾਂ ਦੇ ਵਿੱਚ, ਪਰ ਸਾਨੂੰ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਇਹਨਾਂ ਦੀ ਪਿਛੋਕੜ, ਬਚਪਨ ਜਾਂ ਜੋ ਇਹਨਾਂ ਦਾ ਸਿੱਖਿਆ ਦਾ ਪੜਾਅ ਸੀਗਾ, ਉਹ ਸਿੱਖਿਆ ਹਾਸਲ ਕੀਤੀ, ਕੁਝ ਉਹਦੇ ਨਾਲ ਜੁੜਿਆ ਸਾਨੂੰ ਜ਼ਰੂਰ। ਜਿਵੇਂ ਆਪਾਂ ਇਹ ਤਾਂ ਸਾਰੇ ਜਾਣਦੇ ਹੀ ਆ ਕਿ ਉਹਨਾਂ ਦਾ ਪਿੰਡ ਦੇ ਉਸ ਵੇਲੇ ਫਰੀਦਕੋਟ ਜ਼ਿਲ੍ਹੇ 'ਚ ਤੇ ਅੱਜ ਕੱਲ੍ਹ ਮੋਗੇ ਜ਼ਿਲ੍ਹੇ 'ਚ ਪੈਂਦਾ, ਉੱਥੇ ਉਹਨਾਂ ਦਾ ਜਨਮ ਹੋਇਆ। ਸਕੂਲੀ ਵਿੱਦਿਆ ਉਹਨਾਂ ਨੇ ਬਹੁਤੀ ਹਾਸਲ ਨਹੀਂ ਕੀਤੀ। ਪਿੰਡ ਦੇ ਵਿੱਚ ਬਚਪਨ ਤੋਂ ਹੀ ਉਹ ਖੇਤੀ ਦੇ ਕੰਮ 'ਚ ਹੱਥ ਵਟਾਉਣ ਲੱਗੇ। ਧਾਰਮਿਕ ਰੁਚੀ ਸੀ, ਬਚਪਨ ਦੇ ਵਿੱਚ ਹੀ ਉਹਨਾਂ ਨੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਛੋਟੀ ਉਮਰ 'ਚ ਹੀ ਉਹ ਦਮਦਮੀ ਟਕਸਾਲ ਦੇ ਵਿਦਿਆਰਥੀ ਬਣੇ। ਦਮਦਮੀ ਟਕਸਾਲ ਤੋਂ ਉਹਨਾਂ ਨੇ ਕੋਈ 10 ਸਾਲ ਤੋਂ ਜ਼ਿਆਦਾ ਦੀ ਜਿਹੜੀ ਵਿੱਦਿਆ, ਧਾਰਮਿਕ ਵਿੱਦਿਆ, ਉਹ ਹਾਸਲ ਕੀਤੀ। ਉਸ ਤੋਂ ਬਾਅਦ ਉਹ ਦੁਬਾਰਾ ਪਿੰਡ ਆਏ, ਫਿਰ ਉਹਨਾਂ ਨੇ ਖੇਤੀ ਕੀਤੀ ਕੁਛ ਸਮਾਂ। ਉਸ ਤੋਂ ਬਾਅਦ ਉਹ ਦੁਬਾਰਾ ਟਕਸਾਲ ਦੇ ਵਿੱਚ ਗਏ ਤੇ ਟਕਸਾਲ ਦੇ ਵਿੱਚ ਉਹਨਾਂ ਨੇ ਆਪਣਾ ਗੁਰਬਾਣੀ ਦਾ, ਸਿੱਖ ਇਤਿਹਾਸ ਦਾ, ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਦਾ ਅਧਿਐਨ ਉਹ ਜਾਰੀ ਰੱਖਿਆ। ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੇ ਪੂਰੇ ਹੋਣ ਤੋਂ ਬਾਅਦ ਉਹ ਦਮਦਮੀ ਟਕਸਾਲ ਦੇ ਮੁਖੀ ਬਣੇ ਤੇ ਬਾਕੀ ਜਿਹੜਾ ਸਾਰਾ ਆਪਾਂ ਜਾਣਦੇ ਹੀ ਆ। ਫਿਰ ਮੂਵਮੈਂਟ ਸ਼ੁਰੂ ਹੋਈ। ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ 6 ਜੂਨ ਨੂੰ ਉਹਨਾਂ ਦੀ ਸ਼ਹੀਦੀ ਹੋਈ। ਜੀ ਜੀ ਭਾਈ ਪ੍ਰਭ ਸ਼ਰਮਦੀਪ ਸਿੰਘ ਜੀ, ਮੈਂ ਇੱਕ ਚੀਜ਼ ਤੋਂ ਬਹੁਤ ਪ੍ਰਭਾਵਿਤ ਹੋਇਆ। ਤੁਸੀਂ ਕਿਹਾ ਕਿ ਸਕੂਲੀ ਵਿੱਦਿਆ ਉਹਨਾਂ ਦੀ ਕੋਈ ਬਹੁਤੀ ਵੱਡੀ ਨਹੀਂ ਸੀਗੀ, ਪਰ ਇੱਕ ਲੀਡਰ ਦੇ ਜਿਹੜੇ ਗੁਣ ਹੋਣੇ ਚਾਹੀਦੇ, ਲੀਡਰ ਵਿਚਲੇ ਗੁਣ ਜਿਹੜੇ ਉਹ ਸੰਪੂਰਨ ਸਨ ਉਹਨਾਂ ਤੋਂ। ਕੀ ਇਹ ਧਾਰਮਿਕ ਵਿੱਦਿਆ ਦਾ ਕਮਾਲ ਸੀਗਾ ਜਾਂ ਜਿਹੜੇ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਉਹ ਉਹਨਾਂ ਦਾ ਕਮਾਲ ਸੀਗਾ? ਦੇਖੋ, ਸਿੱਖੀ ਬੰਦੇ ਦੇ ਅੰਦਰ ਇੱਕ ਚੜ੍ਹਦੀ ਕਲਾ ਪੈਦਾ ਕਰਦੀ ਆ, ਜਿਹਦੇ ਕਰਕੇ ਬੰਦੇ ਦਾ ਦ੍ਰਿਸ਼ਟੀਕੋਣ ਇੱਕ ਆਜ਼ਾਦ ਦ੍ਰਿਸ਼ਟੀਕੋਣ ਵਜੋਂ ਵਿਕਸਿਤ ਹੁੰਦਾ। ਜਦੋਂ ਤੁਸੀਂ ਜ਼ਿੰਦਗੀ ਦੀਆਂ ਵੱਖ-ਵੱਖ ਇਕਾਈਆਂ ਨੂੰ, ਉਹ ਧਰਮ ਹੋਵੇ, ਸਮਾਜ ਹੋਵੇ, ਸੱਭਿਆਚਾਰ ਜਾਂ ਰਾਜਨੀਤੀ, ਜੇ ਅਸੀਂ ਉਹਨਾਂ ਨੂੰ ਕਿਸੇ ਦਬਾਅ ਤਹਿਤ ਵੇਖਦੇ ਹਾਂ ਜਾਂ ਸਾਡੇ ਤੇ ਇੰਨਾ ਡੂੰਘਾ ਮਾਨਸਿਕ ਦਬਾਅ ਹੈ ਕਿ ਜਿਹੜੇ ਬਣੇ ਬਣਾਏ ਫਰੇਮਵਰਕ ਸਾਡੇ ਆਲੇ ਦੁਆਲੇ, ਸਾਡੇ ਚੁਗਿਰਦੇ ਚੱਲ ਰਹੇ ਆ, ਅਸੀਂ ਉਹਨਾਂ ਦੇ ਮੁਤਾਬਕ ਹੀ ਵੇਖਦੇ ਹਾਂ, ਫਿਰ ਸਾਡੇ 'ਚ ਜਿਹੜੀ ਮੌਲਿਕ ਸੋਚਣੀ ਜਾਂ ਮੌਲਿਕ ਚਿੰਤਨ ਦੀ ਸਮਰੱਥਾ ਪੈਦਾ ਨਹੀਂ ਹੁੰਦੀ।
ਮੌਲਿਕ ਚਿੰਤਨ ਦੀ ਸ਼ੁਰੂਆਤ ਉਦੋਂ ਹੀ ਹੁੰਦੀ ਹੈ ਜਦੋਂ ਬੰਦਾ ਅਹ, ਆਪਣੇ ਪੱਧਰ ਤੇ ਜ਼ਿੰਦਗੀ ਦੀ ਹਰ ਘਟਨਾ ਨੂੰ, ਹਰ ਵਰਤਾਰੇ ਨੂੰ ਆਪਣੇ ਤੌਰ ਤੇ ਉਹਨੂੰ ਸਮਝਣ ਦੀ, ਉਹਨੂੰ ਵੇਖਣ ਦੀ ਸਮਰੱਥਾ ਰੱਖਦਾ ਹੋਵੇ। ਉਹ ਸਮਰੱਥਾ ਆਜ਼ਾਦ ਸੋਚਣੀ ਚੋਂ ਆਉਂਦੀ ਹੈ, ਤੇ ਉਸ ਆਜ਼ਾਦ ਸੋਚਣੀ ਦੇ ਪੈਦਾ ਹੋਣ ਲਈ ਜਿਹੜੀ ਚੜ੍ਹਦੀ ਕਲਾ, ਇੱਕ ਸੋਵਰਨ ਸਪਿਰਿਟ, ਉਹ ਸਿੱਖੀ ਬੰਦੇ ਨੂੰ ਦਿੰਦੀ ਹੈ। ਜਿਹੜੀ ਗੱਲ ਹੈ ਅਧਿਐਨ ਦੀ, ਜਿਹੜੀ ਅਸੀਂ ਸਕੂਲਾਂ 'ਚ ਵਿੱਦਿਆ ਹਾਸਲ ਕਰਦੇ ਹਾਂ, ਹਾਈ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚੋਂ, ਉਹ ਅਸੀਂ ਹਾਸਲ ਕਰਦੇ ਹਾਂ ਪੱਛਮੀ ਤਰਜ਼ ਦੀ ਵਿੱਦਿਆ। ਜਿਹੜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਵਿੱਦਿਆ ਹਾਸਲ ਕੀਤੀ, ਸਾਲ ਉਹਨਾਂ ਨੇ ਵੀ ਉਹੀ 10-15 ਲਾਏ ਜਿਹੜੇ ਅਸੀਂ ਬਾਕੀ ਸਾਰੇ ਲਾਉਂਦੇ ਹਾਂ, ਪਰ ਉਹਨਾਂ ਨੇ ਵਿੱਦਿਆ ਗੈਰ ਪੱਛਮੀ ਤਰਜ਼ ਦੀ ਹਾਸਲ ਕੀਤੀ। ਉਹਨਾਂ ਨੇ ਵਿੱਦਿਆ ਉਹ ਹਾਸਲ ਕੀਤੀ ਜਿਹਦਾ ਸਿੱਖ ਪਰੰਪਰਾਵਾਂ ਨਾਲ ਗੂੜਾ ਨਾਤਾ ਸੀ। ਉਹਦੇ 'ਚ ਜਿਹੜਾ ਤੁਸੀਂ ਅਧਿਐਨ ਕਰ ਰਹੇ ਆ, ਉਹ ਤੁਹਾਡਾ ਵਿਸ਼ਾ ਨਹੀਂ ਅਧਿਐਨ ਦਾ, ਉਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਆ। ਸੋ ਤੁਹਾਡਾ ਜੀਵਨ ਤੇ ਤੁਹਾਡਾ ਅਧਿਐਨ ਉਹ ਅੱਡ-ਅੱਡ ਨਹੀਂ ਚੱਲਦੇ। ਤੁਹਾਡਾ ਜੀਵਨ ਬਤੌਰ ਸਿੱਖ, ਤੁਹਾਡੇ ਜੀਵਨ ਦਾ ਇੱਕ ਅਹਿਮ ਪਹਿਲੂ ਆ ਕਿ ਤੁਸੀਂ ਆਪਣੀ ਅੰਦਰਲੀ ਜਿਹੜੀ ਰੂਹਾਨੀ ਵਿਕਾਸ ਲਈ ਤੁਸੀਂ ਲਗਾਤਾਰ ਕੰਮ ਕਰਦੇ ਰਹਿਣਾ। ਤੁਸੀਂ ਆਪਣਾ ਰੂਹਾਨੀ ਪੱਧਰ ਬਰਕਰਾਰ ਰੱਖਣ ਲਈ ਲਗਾਤਾਰ ਤੁਸੀਂ ਪਾਠ ਕਰਨਾ ਹੈ, ਸਿਮਰਨ ਕਰਨਾ ਹੈ। ਲਗਾਤਾਰ ਅੰਦਰ ਤੁਹਾਡੇ ਇੱਕ ਜਿਹੜੀ ਕਸਰਤ ਆ ਉਹ ਚੱਲਦੀ ਰਹਿਣੀ ਹੈ। ਉਹੀ ਅਧਿਐਨ ਆ। ਸੋ ਜਿਹੜਾ ਜ਼ਿੰਦਗੀ ਦਾ ਸਭ ਤੋਂ ਅਹਿਮ ਪਹਿਲੂ ਆ, ਉਹੀ ਅਧਿਐਨ ਆ। ਅਧਿਐਨ ਕੋਈ ਟੁੱਟੀ ਹੋਈ ਅੱਡ ਇਕਾਈ ਨਹੀਂ। ਸੋ ਉਹਨਾਂ ਨੇ ਜਿਹੜਾ ਅਧਿਐਨ ਕੀਤਾ, ਉਹ ਕੀਤਾ ਹੀ ਬਿਲਕੁਲ ਵੱਖਰਾ। ਉਹਦੇ ਵਿੱਚੋਂ ਵੀ ਜਿਹੜਾ ਟਕਸਾਲ ਦੇ ਬਾਕੀ ਵਿਦਿਆਰਥੀਆਂ ਦੇ ਮੁਕਾਬਲੇ ਵੀ ਜਿਹੜੀ ਉਹਨਾਂ ਦੇ ਅੰਦਰ ਸਮਰਪਣ ਦੀ, ਕਮਿਟਮੈਂਟ ਦੀ, ਚੜ੍ਹਦੀ ਕਲਾ ਦੀ ਭਾਵਨਾ ਸੀ, ਉਹਦਾ ਫਰਕ ਸੀ, ਮਿਆਰੀ ਫਰਕ ਸੀ ਬਾਕੀਆਂ ਨਾਲੋਂ। ਇਸੇ ਕਰਕੇ ਉਹਨਾਂ ਨੇ ਇੱਕ ਵੱਡੇ ਇਤਿਹਾਸਕ ਵਰਤਾਰੇ ਦੇ ਪੈਦਾ ਹੋਣ ਤੇ ਅੱਗੇ ਵਧਣ 'ਚ ਇੱਕ ਬਹੁਤ ਅਹਿਮ ਇਤਿਹਾਸਕ ਭੂਮਿਕਾ ਨਿਭਾਈ। ਭਾਈ ਸਾਹਿਬ, ਇਹਨਾਂ ਨੇ ਕਦੋਂ ਕੁ ਮਹਿਸੂਸ ਕੀਤਾ, ਇਸ ਚੀਜ਼ ਨੂੰ ਕਦੋਂ ਕੁ ਮਹਿਸੂਸ ਕੀਤਾ ਕਿ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੀ ਕਿਤੇ ਨਾ ਕਿਤੇ ਅਣਦੇਖੀ ਹੁੰਦੀ ਹੈ? ਉਹ ਕਿਸ ਪੜਾਅ ਦੇ ਵਿੱਚ ਆ ਕੇ ਇਹਨਾਂ ਨੂੰ ਮਹਿਸੂਸ ਹੋਇਆ? ਕਿਸ ਤਰ੍ਹਾਂ ਇਹਨਾਂ ਨੇ ਉਸ ਸਾਰੇ ਵਰਤਾਰੇ ਨੂੰ ਸਮਝਿਆ ਕਿ ਇਹ ਸਭ ਕੁਛ ਹੈ ਜੋ ਗਲਤ ਹੋ ਰਿਹਾ? ਕਿਸ ਮੌਕੇ ਦੀ ਇਹ ਗੱਲ ਹੈ? ਵੇਖੋ ਜੀ, ਇਹ ਤਾਂ ਆਪਾਂ ਜਾਣਦੇ ਹੀ ਆ ਵੀ ਦਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਜੀ ਵਿਦਿਆਰਥੀ ਸੀ, ਤੇ ਜਿਹੜੀਆਂ ਗੁਰਬਾਣੀ ਦੀਆਂ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਜਾਂ ਜਿਹੜੇ ਸਿੱਖ ਚਿੰਤਨ ਦੇ ਵੱਖੋ ਵੱਖਰੇ ਸਕੂਲ ਆ, ਉਹਨਾਂ 'ਚ ਉਦਾਸੀਆਂ ਦਾ ਅਹਿਮ ਥਾਂ ਰਿਹਾ, ਨਿਰਮਲਿਆਂ ਦਾ ਰਿਹਾ। ਜਿਹੜੀ ਖਾਲਸਾ ਪੰਥ ਦੀ ਵਿਆਖਿਆ ਪ੍ਰਣਾਲੀ ਨੂੰ ਅਗਾਂਹ ਤੋਰਨ ਵਾਲੇ ਸਕੂਲ ਸੀ, ਉਹਨਾਂ 'ਚ ਮੁੱਖ ਅਦਾਰਾ ਦਮਦਮੀ ਟਕਸਾਲ ਸੀ, ਜਿਹਨੂੰ ਗਿਆਨੀ ਸੰਪਰਦਾ ਵੀ ਕਹਿੰਦੇ ਆ। ਤਾਂ ਹੀ ਇਹਨਾਂ ਸਾਰਿਆਂ ਦੇ ਨਾਲ ਗਿਆਨੀ ਵੀ ਲੱਗਦਾ ਨਾ। ਦੂਜੇ ਜਿਹੜੇ ਸੀ ਸਿੱਖਾਂ ਦੇ ਵਿਦਵਾਨ, ਉਹ ਸੀ ਨਿਹੰਗ ਸਿੰਘ। ਸੋ ਦਮਦਮੀ ਟਕਸਾਲ ਤੇ ਖਾਲਸਾ ਨਿਹੰਗ ਸਿੰਘ, ਇਹ ਖਾਲਸਾ ਪੰਥ ਦੀ ਜਿਹੜੀ ਵਿਆਖਿਆ ਪ੍ਰਣਾਲੀ ਹੈ ਗੁਰਬਾਣੀ ਦੀ, ਉਹਦੀ ਨੁਮਾਇੰਦਗੀ ਕਰਦੇ ਸੀ। ਹੁਣ ਜਿਹੜੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ, 19ਵੀਂ ਸਦੀ ਦੇ ਅਖੀਰ ਤੋਂ 20ਵੀਂ ਸਦੀ ਦੇ ਅੱਧ ਤੱਕ ਜਿਹੜੇ ਅਹਿਮ ਸਿੱਖ ਵਿਦਵਾਨ ਰਹੇ ਆ, ਜਿਨ੍ਹਾਂ ਦੀ ਗੁਰਬਾਣੀ ਦੀ ਵਿਆਖਿਆ ਬਹੁਤ ਮਹੱਤਵਪੂਰਨ ਆ, ਉਹ ਹੈਗੇ ਆ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਸੀ, ਉਸੇ ਪਰੰਪਰਾ ਨਾਲ ਜੁੜੇ ਹੋਏ ਆ। ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਨੇ ਉਹਨਾਂ ਨੂੰ ਵਿੱਦਿਆ ਦਿੱਤੀ, ਤੇ ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਨੇ ਭਾਈ ਚੰਦਾ ਸਿੰਘ ਤੋਂ ਵਿੱਦਿਆ ਹਾਸਲ ਕੀਤੀ, ਜਿਨ੍ਹਾਂ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਿਆਏ ਵੀ ਲਿਖਿਆ, ਜਿਹੜੇ ਗੁਰਬਾਣੀ ਦੇ ਬਹੁਤ ਵੱਡੇ ਵਿਆਖਿਆਕਾਰ ਸੀ ਆਪਣੇ ਦੌਰ ਦੇ।
ਸੋ ਭਾਈ ਵੀਰ ਸਿੰਘ ਦੇ ਬਾਰੇ ਬ੍ਰਿਟਿਸ਼ ਇੰਟੈਲੀਜੈਂਸ ਦੀ ਰਿਪੋਰਟ ਆ ਕਿ ਪੰਜਾਬ ਦੇ ਵਿੱਚ ਅੰਗਰੇਜ਼ੀ ਰਾਜ ਲਈ ਸਭ ਤੋਂ ਖਤਰਨਾਕ ਵਿਅਕਤੀ ਭਾਈ ਵੀਰ ਸਿੰਘ ਸੀ। ਕਿਉਂ ਜਿਹੜਾ ਕੰਮ ਕਰ ਰਹੇ ਸੀ ਭਾਈ ਵੀਰ ਸਿੰਘ, ਉਹ ਕੰਮ ਕਰ ਰਹੇ ਸੀ ਠੋਸ ਸੰਸਥਾਵਾਂ ਖੜੀਆਂ ਕਰਨੀਆਂ ਤੇ ਸਾਹਿਤ ਪੈਦਾ ਕਰਨਾ। ਉਹਦੇ ਨਾਲ ਸਿੱਖਾਂ ਦਾ ਠੋਸ ਆਧਾਰ ਬਣ ਰਿਹਾ ਸੀ। ਨਾਅਰੇਬਾਜ਼ੀ ਵਾਲੀ ਸਿਆਸੀ ਐਕਟੀਵਿਟੀ ਭਾਈ ਵੀਰ ਸਿੰਘ ਨੇ ਨਹੀਂ ਕੀਤੀ ਸਾਰੀ ਜ਼ਿੰਦਗੀ। ਜਿਹੜੀ ਉਹ ਸੋਵਰੇਨਟੀ ਦੀ ਸਪਿਰਿਟ ਹੈ, ਉਹ ਟਕਸਾਲ ਦੇ ਬੰਦਿਆਂ ਦੇ ਵਿੱਚ, ਵਿਦਵਾਨਾਂ ਦੇ ਵਿੱਚ ਸ਼ੁਰੂ ਤੋਂ ਰਹੀ ਆ। ਭਾਈ ਵੀਰ ਸਿੰਘ ਤੋਂ ਪ੍ਰੇਰਿਤ ਹੋ ਕੇ ਸਿੰਘ ਸਜੇ ਸਾਡੇ ਮਹਾਨ ਕਵੀ ਤੇ ਚਿੰਤਕ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਬਹੁਤ ਸ਼ਿੱਦਤ ਨਾਲ ਕੰਮ ਕੀਤਾ, ਇੱਥੋਂ ਤੱਕ ਕਿ ਉਹ ਕੈਮਿਸਟਰੀ ਦੇ ਸੀ, ਸਾਇੰਟਿਸਟ ਸੀ। ਰਾਸ ਬਿਹਾਰੀ ਬੋਸ ਵਰਗਿਆਂ ਦੇ ਬੰਬਾਂ ਦਾ ਮਸਾਲਾ ਪ੍ਰੋਫੈਸਰ ਪੂਰਨ ਸਿੰਘ ਦੀਆਂ ਲੈਬੋਰਟਰੀਆਂ 'ਚ ਜਾਂਦਾ ਸੀ। ਸੋ 20ਵੀਂ ਸਦੀ ਦੇ ਸ਼ੁਰੂ ਦੀਆਂ ਗੱਲਾਂ ਹੋ ਗਈਆਂ। ਬਾਅਦ ਦੇ ਵਿੱਚ 1973 ਦੇ ਵਿੱਚ 75 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ। ਐਮਰਜੈਂਸੀ ਵੇਲੇ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਸੀ। ਸੰਤ ਜਰਨੈਲ ਸਿੰਘ ਉਸ ਵੇਲੇ ਉਹਨਾਂ ਦੇ ਨਾਲ ਸੀ। ਐਮਰਜੈਂਸੀ ਵੇਲੇ, ਉਸ ਵੇਲੇ ਜਿਵੇਂ ਹੁਣ ਨਵੇਂ ਸ਼ਬਦ ਆ ਗਏ, ਪੁਰਾਣੇ ਸ਼ਬਦਾਂ ਨਾਲ ਲੋਕਾਂ ਨੂੰ ਖਾਮਖਾ ਕੋਈ ਹੀਣ ਭਾਵਨਾ ਪੈਦਾ ਹੋ ਗਈ, ਪਰ ਪੁਰਾਣੇ ਸ਼ਬਦ ਖੂਬਸੂਰਤ ਸੀ। ਅੱਜ ਜਿਵੇਂ ਆਪਾਂ ਨਗਰ ਕੀਰਤਨ ਕਹਿੰਦੇ ਆ, ਉਦੋਂ ਸ਼ਬਦ ਚੱਲਦਾ ਸੀ ਜਲੂਸ। ਜਲੂਸ ਕੋਈ ਮਾੜਾ ਸ਼ਬਦ ਨਹੀਂ ਸੀ, ਉਹ ਵਰਤਿਆ ਜਾਂਦਾ ਰਿਹਾ, ਸਾਡੇ ਵੇਖਣ ਤੱਕ ਵਰਤਿਆ ਜਾਂਦਾ ਰਿਹਾ। ਸੋ ਉਹ ਜਲੂਸ ਨਿਕਲੇ ਸੀ, ਨਹੀਂ ਜਲਸਾ ਹੁੰਦਾ ਸੀ ਕੋਈ ਸਿਆਸੀ ਰੈਲੀ। ਜਿਹੜਾ ਧਾਰਮਿਕ ਪ੍ਰੋਸੈਸ਼ਨ ਹੈ, ਮਾਰਚ ਜਿਹੜਾ ਕੱਢਦੇ ਆ ਨਗਰ ਕੀਰਤਨ ਦੇ ਰੂਪ ਚ ਸਿੱਖ, ਇਹਦੇ ਲਈ ਜਲੂਸ ਸ਼ਬਦ ਸੀ ਜਿਹੜਾ ਢੁਕਵਾਂ ਸ਼ਬਦ। ਉਹ ਲੋਕੀ ਸਮਝਣ ਲੱਗ ਗਏ ਵੀ ਜਲੂਸ ਦੀ ਜਿਹੜੀ ਕੋਨੋਟੇਸ਼ਨ ਆ ਵੱਖਰੀ ਹੋ ਗਈ, ਵੀ ਜਲੂਸ ਮਾੜਾ ਲੱਗਦਾ, ਜਲੂਸ ਕੱਢਿਆ ਉਸ ਸੈਂਸ ਚ। ਚਲੋ ਨਗਰ ਕੀਰਤਨ ਕਹਿ ਲਓ ਜਾਂ ਜਲੂਸ, ਉਦੋਂ ਇਹ ਸ਼ਬਦ ਚੱਲਦਾ ਸੀ। ਉਹ 84 ਜਿਹੜੇ ਨਗਰ ਕੀਰਤਨ ਉਸ ਵੇਲੇ ਨਿਕਲੇ ਸੀ ਐਮਰਜੈਂਸੀ ਦੇ ਦਿਨਾਂ ਚ, ਉਹਨਾਂ ਦੀ ਅਗਵਾਈ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਕੀਤੀ ਸੀ। ਜਿਹੜੀ ਅਕਾਲੀ ਦਲ ਦੀ ਇਤਿਹਾਸਕ ਭੂਮਿਕਾ ਰਹੀ ਹੈ ਐਮਰਜੈਂਸੀ ਦੇ ਖਿਲਾਫ ਸੰਘਰਸ਼ ਦੇ ਵਿੱਚ, ਉਹਦੇ ਲਈ ਜਿਹੜੀ ਸਿੱਖਾਂ ਦੀ ਮੋਬਿਲਾਈਜੇਸ਼ਨ ਕੀਤੀ ਹੈ, ਉਹ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਜਿਹੜੇ ਉਹਨਾਂ ਧਾਰਮਿਕ ਸਮਾਗਮਾਂ ਦੌਰਾਨ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਵਿਖਿਆਨ ਦਿੱਤੇ ਆ ਨਾ, ਉਹ ਵਿਖਿਆਨ ਜਿੰਨੇ ਧਾਰਮਿਕ ਸੀ ਓਨੇ ਹੀ ਸਿਆਸੀ ਸੀ। ਉਹ ਸੰਤ ਕਰਤਾਰ ਸਿੰਘ ਨੇ ਅਹਿਮ ਰੋਲ ਅਦਾ ਕੀਤਾ, ਕਿਉਂਕਿ ਉਸ ਵੇਲੇ ਦਫਾ 144 ਲੱਗੀ ਸੀ। ਐਮਰਜੈਂਸੀ ਵੇਲੇ ਲੋਕ ਇੱਕ ਥਾਂ ਤੇ, ਜਨਤਕ ਥਾਂ ਤੇ ਇਕੱਠੇ ਨਹੀਂ ਸੀ ਹੋ ਸਕਦੇ। ਜਿਹੜੇ ਉਹ ਧਾਰਮਿਕ ਸਮਾਗਮ ਸੀ, ਉਹਨੂੰ ਰੋਕਣ ਦੀ ਇੰਦਰਾ ਗਾਂਧੀ ਨੇ ਜੁਰਤ ਨਹੀਂ ਕੀਤੀ, ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਇੱਥੇ ਦਖਲਅੰਦਾਜ਼ੀ ਦੇਵਾਂਗੀ ਤੇ ਇਹਦਾ ਉਹਨੂੰ ਇਹ ਜ਼ਿਆਦਾ ਮਹਿੰਗਾ ਪੈ ਸਕਦਾ। ਸੋ ਇਹ ਧਾਰਮਿਕ ਇਹਨਾਂ ਨਗਰ ਕੀਰਤਨਾਂ ਦਾ ਪਛਬ, ਇਹਨਾਂ ਨਗਰ ਕੀਰਤਨਾਂ ਦਾ ਮੰਤਵ ਇਹਦਾ ਵਿਰੋਧ ਹੀ ਸੀਗਾ, ਐਮਰਜੈਂਸੀ ਦਾ ਵਿਰੋਧ ਸੀਗਾ? ਨਹੀਂ, ਮੰਤਵ ਇਹਦਾ ਵਿਰੋਧ ਨਹੀਂ ਸੀ। ਮੰਤਵ ਤਾਂ ਸੀਗੇ ਉਦੋਂ ਜਿਹੜੇ ਮੈਨੂੰ ਹੁਣ ਪੂਰਾ ਯਾਦ ਨਹੀਂ, ਮੈਂ ਭੁੱਲ ਗਿਆ। ਗੁਰਪੁਰਬ ਉਦੋਂ ਕੋਈ ਮਨਾਇਆ ਜਾ ਰਿਹਾ ਸੀ ਉਸ ਵੇਲੇ, ਕੋਈ ਸ਼ਤਾਬਦੀ। ਨਗਰ ਕੀਰਤਨ ਤਾਂ ਪਹਿਲਾਂ ਤੋਂ ਪਲੈਨਡ ਸੀਗੇ, ਪਰ ਨਗਰ ਕੀਰਤਨਾਂ ਦੀਆਂ ਸਟੇਜਾਂ ਤੇ ਜਿਵੇਂ ਸਿੱਖਾਂ ਤੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਰਹੀ, ਨਾ ਸਿੱਖਾਂ 'ਚ ਪਰੰਪਰਾ ਰਹੀ ਹੈ ਵੀ ਤੁਸੀਂ ਇਕੱਲੀ ਧਾਰਮਿਕ ਗੱਲ ਕਰਨੀ ਹੈ ਜਾਂ ਸਿਆਸੀ ਨਹੀਂ ਕਰਨੀ। ਧਾਰਮਿਕ ਤੇ ਸਿਆਸੀ 'ਚ ਕੋਈ ਮਤਭੇਦ ਰਿਹਾ ਹੀ ਨਹੀਂ ਸਿੱਖਾਂ ਦੇ ਵਿੱਚ। ਸੋ ਗੱਲਾਂ ਤਾਂ ਧਾਰਮਿਕ ਸਿਆਸੀ ਸਦਾ ਹੀ ਹੁੰਦੀਆਂ ਸੀ ਨਗਰ ਕੀਰਤਨਾਂ ਜਾਂ ਧਾਰਮਿਕ ਸਮਾਗਮਾਂ ਦੀਆਂ ਸਟੇਜਾਂ ਤੇ। ਉਹ ਸੀਗੇ ਪਹਿਲਾਂ ਤੋਂ ਪਲੈਨਡ, ਪਰ ਉਹ ਉਸੇ ਕਰਕੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਵੀ ਕੀਤਾ ਨਾ ਬਾਅਦ ਚ ਇੰਦਰਾ ਗਾਂਧੀ ਨੇ, ਉਹ ਭਾਵੇਂ ਕਿ ਉਹ ਪਹਿਲਾਂ ਤੋਂ ਖੁੰਦਕ ਚੱਲ ਰਹੀ ਸੀ, ਹਮਲਾ
ਹੋਣਾ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਚਿਤਵ ਲਿਆ ਸੀ। 1965 ਦੇ ਸਾਲਾਂ 'ਚ ਜਿਹੜੇ ਸਿੱਖ ਚਿੰਤਕ ਆ ਉਹਨਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਊਗਾ। ਪਰ ਉਹਨਾਂ ਸਾਲਾਂ ਦੇ ਵਿੱਚ ਕਿਉਂਕਿ ਸਿੱਖਾਂ ਨੇ ਐਮਰਜੈਂਸੀ ਦਾ ਵਿਰੋਧ ਸਭ ਤੋਂ ਭਰਵੇਂ ਰੂਪ 'ਚ ਕੀਤਾ, ਸਿਆਸੀ ਤੌਰ ਤੇ ਇਹੀ ਗੱਲ ਸਾਹਮਣੇ ਆਈ, ਜਨਤਕ ਤੌਰ ਤੇ ਇਹੀ ਗੱਲ ਸਾਹਮਣੇ ਆਈ ਕਿ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਇਹਦੀ ਅਗਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਕੋਲੇ ਅਗਵਾਈ ਸੀ ਰਸਮੀ ਤੌਰ ਤੇ, ਪਰ ਸ਼੍ਰੋਮਣੀ ਅਕਾਲੀ ਦਲ ਕੋਲੇ ਐਮਰਜੈਂਸੀ ਦੇ ਦੌਰਾਨ ਲੋਕਾਂ ਨੂੰ ਮੋਬਿਲਾਈਜ਼ ਕਰਨ ਦੀ ਸਮਰੱਥਾ ਹੈ ਨਹੀਂ ਸੀ। ਸੋ ਗਰਾਊਂਡ ਵਰਕ ਜਿਹੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ, ਉਹ ਸਾਰਾ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਕੀਤਾ। ਉਹ ਸਾਰੇ ਨਗਰ ਕੀਰਤਨਾਂ ਦੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਕਰਤਾਰ ਸਿੰਘ ਦੇ ਨਾਲ ਹੁੰਦੇ ਸੀ ਹਮੇਸ਼ਾ। ਉਸ ਤੋਂ ਪਹਿਲਾਂ ਉਹ ਪੱਕੇ ਟਕਸਾਲ ਦੇ ਵਿੱਚ ਚਲੇ ਗਏ ਸੀ। ਸੋ ਇਹ ਜਿਹੜਾ ਸਿਆਸੀ ਸੰਤ ਜਰਨੈਲ ਸਿੰਘ ਦੀ ਸਿਆਸੀ ਚੇਤਨਾ ਦਾ ਪਿਛੋਕੜ ਆ ਜਿਹੜਾ, ਉਹ ਦਮਦਮੀ ਟਕਸਾਲ ਦੀ ਐਕਟੀਵਿਟੀ ਦੇ ਵਿੱਚ ਹੀ ਪਿਆ। ਉਹਨਾਂ ਨੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਤੋਂ ਜਿਹੜਾ ਇਹ ਸਾਰੇ ਰਾਹ ਦੀ ਪ੍ਰੇਰਨਾ ਉਹਨਾਂ ਦੇ ਆਪਣੇ ਅੰਦਰ ਵੀ ਸੀ, ਪਰ ਉਹਨਾਂ ਨੇ ਸਾਰੀ ਜਿਹੜੀ ਵਿੱਦਿਆ ਵੀ ਹਾਸਲ ਕੀਤੀ ਹੈ, ਜਿਹੜੀ ਪ੍ਰੇਰਨਾ ਹਾਸਲ ਕੀਤੀ ਹੈ, ਉਹ ਰੂਹਾਨੀ ਪ੍ਰੇਰਨਾ ਵੀ, ਉਹ ਸਾਰੇ 'ਚ ਹੀ ਸੰਤ ਕਰਤਾਰ ਸਿੰਘ ਦਾ ਜਿਹੜਾ ਅਹਿਮ ਰੋਲ ਆ। ਸੋ ਉਹ ਜਿਹੜੀ ਕੁਝ ਲੋਕ ਕਹਿ ਦਿੰਦੇ ਆ ਵੀ ਸੰਤਾਂ ਨੂੰ ਇੰਦਰਾ ਗਾਂਧੀ ਨੇ ਜਾਂ ਕਾਂਗਰਸ ਨੇ ਜਾਂ ਸੰਜੇ ਗਾਂਧੀ ਨੇ ਖੜਾ ਕੀਤਾ, ਭਾਰਤੀ ਖੁਫੀਆ ਏਜੰਸੀਆਂ ਨੇ ਖੜਾ ਕੀਤਾ, ਉਹਨਾਂ ਨੂੰ ਐਮਰਜੈਂਸੀ ਵੇਲੇ ਜਿਹੜਾ ਟਕਸਾਲ ਦਾ ਰੋਲ ਆ ਸਾਰੇ ਸੰਘਰਸ਼ ਦੇ ਵਿੱਚ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ। ਤੇ ਉਸ ਵੇਲੇ ਜਦੋਂ ਹੁਣ ਪੱਤਰਕਾਰ ਜਗਤਾਰ ਸਿੰਘ ਨੇ ਵੀ ਲੇਖ ਲਿਖਿਆ ਕੁਝ ਸਮਾਂ ਪਹਿਲਾਂ ਕਿ ਉਸ ਵੇਲੇ ਤਾਂ ਕਾਂਗਰਸ ਦੀ ਸਰਕਾਰ ਹੀ ਨਹੀਂ ਸੀ ਜਦੋਂ ਸੰਤ ਆਏ ਅਸੀਮ ਤੇ। ਤਾਂ ਕਾਂਗਰਸ ਦੇ ਰਾਹੀਂ ਕਾਂਗਰਸ ਦੇ ਆਗੂਆਂ ਨੇ ਖੁਫੀਆ ਏਜੰਸੀਆਂ ਰਾਹੀਂ ਸੰਤਾਂ ਨੂੰ ਕਿਵੇਂ ਖੜਾ ਕੀਤਾ। ਜਿਹੜੀ ਉਹ ਮਾਰਕ ਟੱਲੀ ਨੇ ਗੱਲ ਲਿਖੀ ਹੈ, ਉਹ ਗੱਲ ਬਿਲਕੁਲ ਬੇਤੁਕੀ ਹੈ, ਕਿਉਂਕਿ ਮਾਰਕ ਟੱਲੀ ਨੂੰ ਪੇਤਲੀ ਦੀ ਜਾਣਕਾਰੀ ਸੀ ਪੰਜਾਬ ਦੇ ਸਿਆਸੀ ਇਤਿਹਾਸ ਬਾਰੇ ਜਾਂ ਪੰਜਾਬ ਦੇ ਸਿਆਸੀ ਹਾਲਾਤ ਬਾਰੇ। ਉਹ ਸਾਰੀਆਂ ਘਟਨਾਵਾਂ ਜਾਂ ਉਹਦੇ ਧਿਆਨ ਵਿੱਚ ਨਹੀਂ ਸੀ, ਜਾਂ ਸ਼ਾਇਦ ਉਹਨੇ ਇਹ ਸੋਚਿਆ ਹੋਵੇ ਕਿ ਲੋਕਾਂ ਦੇ ਘਟਨਾ ਧਿਆਨ 'ਚ ਇੰਨੇ ਬਰੀਕ ਵੇਰਵੇ ਨਹੀਂ। ਸੋ ਉਹਨੇ ਆਪਣੀ ਮਰਜ਼ੀ ਨਾਲ ਜਿਹੜੇ ਵੇਰਵੇ ਉਹਨੂੰ ਆਪਣੀ ਸਪੋਰਟ ਦੇ ਵਿੱਚ ਠੀਕ ਨਹੀਂ ਮਹਿਸੂਸ ਹੋਏ, ਉਹਨੇ ਅੱਖੋਂ ਪਰੋਖੇ ਕੀਤੇ। ਜਿਹੜੀਆਂ ਗੱਲਾਂ ਉਭਾਰ ਕੇ ਪੇਸ਼ ਕਰਨ ਦੀ ਲੋੜ ਲੱਗੀ ਜਾਂ ਜਿਹੜੀਆਂ ਮਨ ਘੜਤ ਕਹਾਣੀਆਂ ਉਭਾਰ ਕੇ ਪੇਸ਼ ਕਰਨ ਦੀ ਲੋੜ ਲੱਗੀ, ਉਹਨੇ ਕੀਤੀ। ਪਰ ਸਿਆਸੀ ਐਕਟੀਵਿਟੀ, ਟਕਸਾਲ ਦਾ ਸਿੱਖਾਂ ਦੇ ਸਿਆਸੀ ਮਾਮਲਿਆਂ 'ਚ ਦਖਲ, ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਨਵੀਂ ਸ਼ੁਰੂਆਤ ਨਹੀਂ ਹੋਈ। ਇਹ ਪਹਿਲਾਂ ਤੋਂ ਚੱਲਦੀ ਆ ਰਹੀ ਸੀ। ਸੰਤ ਜਰਨੈਲ ਸਿੰਘ ਨੇ ਇਹਨਾਂ ਨੂੰ ਜਾਰੀ ਰੱਖਿਆ, ਇਹ ਗੱਲ ਨੂੰ ਜਾਰੀ ਰੱਖਿਆ। ਬਹੁਤ ਖੂਬ ਜਾਣਕਾਰੀ ਦਿੱਤੀ ਜੀ ਤੁਸੀਂ ਕੁਝ ਪਹਿਲੂਆਂ ਤੇ। ਅੱਗੇ ਭਾਈ ਪ੍ਰਭ ਸ਼ਰਨਦੀਪ ਸਿੰਘ ਜੀ, ਜੇ ਗੱਲ ਕਰੀਏ ਪਿਛਮਾ ਹੋਇਆ, ਜਿੱਦਾਂ ਆਮ ਤੌਰ ਤੇ ਅਸੀਂ ਸਿੱਖ ਹਿਸਟਰੀ ਵਾਚਦੇ ਹਾਂ ਤਾਂ ਦੇਖਦੇ ਹਾਂ ਕਿ ਸ਼ੁਰੂ ਤੋਂ ਲੈ ਕੇ ਸਿੱਖ ਜਿਹੜੇ ਗੁਰੂ ਕਾਲ ਤੋਂ ਬਾਅਦ, ਜਦੋਂ ਗੁਰੂ ਕਾਲ ਸਮਾਪਤ ਹੋਇਆ ਉਸ ਤੋਂ ਬਾਅਦ ਜਥੇਬੰਦਕ ਨਹੀਂ ਰਹੇ, ਚਾਹੇ ਉਹ ਪੜਾਅ ਤੇ ਆ ਕੇ ਇੱਕ ਮੰਚ ਤੇ ਆ ਕੇ ਇਕੱਠੇ ਹੋ ਜਾਂਦੇ ਸੀ ਲੋੜ ਵੇਲੇ, ਪਰ ਵੈਸੇ ਉਹਨਾਂ ਦੀ ਜੇ ਅਗਵਾਈ ਦੇ ਤੌਰ ਤੇ ਦੇਖੀਏ ਤਾਂ ਹਰ ਇੱਕ ਅਲੱਗ-ਅਲੱਗ ਤੌਰ ਤੇ ਵਿਚਰਿਆ। ਤਾਂ ਇੱਥੇ ਆ ਕੇ ਇਹੋ ਜਿਹਾ ਕ੍ਰਿਸ਼ਮਾ ਹੋਇਆ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਸੀਗੇ, ਉਹਨਾਂ ਨੇ ਸਾਰੇ ਜਿੱਦਾਂ ਕਹਿੰਦੇ ਇੱਕ ਕੌਮ ਨੂੰ ਇੱਕ ਝੰਡੇ ਥੱਲੇ ਲੈ ਆਂਦਾ। ਤਾਂ ਇਹ ਕਿਸ ਤਰ੍ਹਾਂ ਵਾਪਰਿਆ? ਇਹ ਇੱਕ ਮੈਨੂੰ ਬਹੁਤ ਵੱਡੀ ਚੀਜ਼ ਜਾਪਦੀ ਹੈ ਜੀ, ਕਿ ਸਿੱਖਾਂ ਨੂੰ ਇੱਕ ਮੰਚ ਤੇ ਖੜੇ ਕਰ ਦੇਣਾ। ਵੇਖੋ, ਜਿਹੜੇ ਆਗੂ ਸੰਤਾਂ ਤੋਂ ਪਹਿਲਾਂ ਕੌਮ ਦੀ ਅਗਵਾਈ ਕਰ ਰਹੇ ਸੀ, ਉਹਨਾਂ ਦੀ ਕਾਬਲੀਅਤ ਦਾ ਇੱਕ ਦੂਜੇ ਤੋਂ ਕੋਈ ਜ਼ਿਆਦਾ ਫਰਕ ਨਹੀਂ ਸੀ। ਉਹ ਇੱਕੋ ਜਿਹੀ ਚੰਗੀ ਜਾਂ ਮਾੜੀ ਕਾਬਲੀਅਤ ਦੇ ਮਾਲਕ ਸੀ ਲਗਭਗ। ਉਹਨਾਂ ਦੀ ਪੰਥ ਪ੍ਰਤੀ ਜਿਹੜੀ ਪ੍ਰਤੀਬੱਧਤਾ ਜਾਂ ਉਹਨਾਂ ਦੀ ਇਮਾਨਦਾਰੀ ਜਾਂ ਦਿਆਨਤਦਾਰੀ ਹੈ ਜ਼ਿੰਦਗੀ ਦੇ ਮਸਲਿਆਂ ਪ੍ਰਤੀ, ਉਹਦਾ ਵੀ ਕੋਈ ਬਹੁਤਾ ਫਰਕ ਨਹੀਂ ਸੀ। ਉਹ ਇੱਕੋ ਹੀ ਸੀ ਲਗਭਗ। ਉਹਨਾਂ ਨੇ ਇੱਕ ਦੂਜੇ ਦੀ ਵੱਖਰੀ ਕਾਰਗੁਜ਼ਾਰੀ ਵੀ ਨਹੀਂ ਵਿਖਾਈ। ਸੋ ਕਿਸੇ ਵੀ ਆਗੂ ਨਾਲ ਜੁੜਨ
ਪਿੱਛੇ ਸਿੱਖਾਂ ਕੋਲੇ ਕੋਈ ਖਾਸ ਪ੍ਰੇਰਨਾ ਹੈ ਨਹੀਂ ਸੀ ਉਸ ਵੇਲੇ। ਲੋਕ ਛੋਟੇ ਕਾਰਨਾਂ ਕਰਕੇ ਸਥਾਨਕ ਜਿਹੜੇ ਸੰਪਰਕ ਹੁੰਦੇ ਆ, ਪਿੰਡ ਦੇ ਕਿਸੇ ਆਗੂ ਨਾਲ ਸਾਡੇ ਸੰਬੰਧ ਆ, ਉਸ ਪਿੰਡ ਦੇ ਆਗੂ ਦੇ ਅਕਾਲੀ ਦਲ ਦੇ ਕਿਸੇ ਸਿਆਸੀ ਧੜੇ ਨਾਲ ਸੰਬੰਧ ਹੈ, ਉਵੇਂ ਲੋਕ ਅਕਾਲੀ ਦਲ ਦਾ ਹਿੱਸਾ ਸੀ, ਉਸ ਤਰੀਕੇ ਨਾਲ ਜੁੜੇ ਹੋਏ ਸੀ। ਇੱਕ ਜਿਹੜੀ ਚਲੰਤ ਜੀ ਸਿਆਸੀ ਐਸੋਸੀਏਸ਼ਨ ਹੁੰਦੀ ਆ ਨਾ, ਜਿਹੜੇ ਲੋਕਲ ਨੈਟਵਰਕਾਂ ਰਾਹੀਂ, ਉਹਦੇ ਕਰਕੇ ਲੋਕ ਜੁੜੇ ਸੀ। ਕੋਈ ਬਹੁਤੀ ਭਰਵੀਂ ਆਸ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਸਿੱਖਾਂ ਨੂੰ ਨਜ਼ਰ ਨਹੀਂ ਸੀ ਆ ਰਹੀ। ਸੋ ਕੋਈ ਕਿਸੇ ਖਾਸ ਆਗੂ ਨੂੰ ਦੂਜੇ ਆਗੂ ਦੇ ਮੁਕਾਬਲੇ ਤਰਜੀਹ ਦੇਣੀ, ਇਹਦਾ ਕੋਈ ਆਧਾਰ ਨਹੀਂ ਸੀ। ਕਿਸੇ ਵੱਲੋਂ ਕੋਈ ਠੋਸ ਪ੍ਰੋਗਰਾਮ ਵੀ ਨਹੀਂ ਸੀ ਆ ਰਿਹਾ। ਜਦੋਂ ਸੰਤ ਜਰਨੈਲ ਸਿੰਘ ਆਏ ਸੀਨ ਤੇ, ਉਹਨਾਂ ਨੇ ਇਸ ਜਮੂਦ ਨੂੰ ਤੋੜਿਆ। ਉਹਨਾਂ ਨੇ ਜਿਹੜੀ ਲੀਡਰਸ਼ਿਪ ਪ੍ਰਤੀ ਕੌਮ ਦੇ ਅੰਦਰ ਨਿਰਾਸ਼ਤਾ ਫੈਲੀ ਸੀ, ਉਹ ਖਤਮ ਕੀਤੀ। ਉਹਨਾਂ ਨੇ ਇੱਕ ਜ਼ਬਰਦਸਤ ਭਰਵੀਂ ਪ੍ਰੇਰਨਾ ਕੌਮ ਦੇ ਅੰਦਰ ਪੈਦਾ ਕੀਤੀ। ਕੌਮ ਨੂੰ ਨੇ ਸੰਤਾਂ ਤੇ ਯਕੀਨ ਕੀਤਾ ਵੀ ਇਹ ਕਹਿਣੀ ਤੇ ਕਰਨੀ ਦੇ ਪੂਰੇ ਆ, ਇਹ ਅੰਦਰੋਂ ਸਿੱਖ ਆ, ਇਹ ਜਿਹੜੀ ਗੱਲ ਕਹਿ ਰਹੇ ਆ ਉਹ ਤੇ ਨਿਭ ਕੇ ਵਿਖਾਉਣਗੇ, ਇਹਨਾਂ ਨੂੰ ਕੋਈ ਤਾਕਤ ਖਰੀਦ ਨਹੀਂ ਸਕਦੀ। ਇਹ ਸਾਡੇ ਮਸਲਿਆਂ ਨਾਲ, ਸਾਡੇ ਸਰੋਕਾਰਾਂ ਨਾਲ ਜਾਂ ਸਾਡੇ ਜਜ਼ਬਾਤ ਨਾਲ ਖਿਲਵਾੜ ਨਹੀਂ ਕਰੇ। ਤੋ ਉਸ ਵੇਲੇ ਲੋਕਾਂ ਕੋਲੇ ਕੋਈ ਸਬੂਤ ਨਹੀਂ ਸੀ, ਪਰ ਸੰਤਾਂ ਦੀ ਸਪੀਚ, ਸੰਤਾਂ ਦੀ ਆਪਣੀ ਹੋਂਦ, ਉਹਨਾਂ ਦੇ ਬੋਲ, ਉਹ ਸਭ ਕੁਝ ਹੀ ਇੰਨੀ ਜ਼ਬਰਦਸਤ ਗਵਾਹੀ ਸੀ ਕਿ ਲੋਕਾਂ ਨੇ ਸੰਤਾਂ ਦੇ ਜਿਉਂਦੇ ਜੀ ਉਹਨਾਂ ਤੇ ਇੰਨਾ ਯਕੀਨ ਕੀਤਾ ਜਿੰਨਾ ਕਿ ਅੱਜ ਅਸੀਂ ਸ਼ਹੀਦੀ ਤੋਂ ਬਾਅਦ ਕਰਦੇ ਹਾਂ। ਉਹਨਾਂ ਨੇ ਸਾਰਾ ਕੁਝ ਸਾਬਤ ਤਾਂ ਸ਼ਹੀਦੀ ਦੇ ਕੇ ਕੀਤਾ ਨਾ, ਕਿ ਉਹ ਕਹਿਣੀ ਤੇ ਕਰਨੀ ਦੇ ਪੂਰੇ ਆ, ਪਰ ਲੋਕਾਂ ਨੂੰ ਯਕੀਨ ਉਹਨਾਂ ਤੇ ਪਹਿਲਾਂ ਆਇਆ। ਸੋ ਉਹ ਜਿਹੜੀ ਉਹਨਾਂ ਦੇ ਅੰਦਰ ਇੰਨਾ ਉੱਚਾ ਤੇ ਸੁੱਚਾਪਣ ਹੈਗਾ ਸੀ, ਇੰਨੀ ਕੁ ਸਪਸ਼ਟਤਾ ਉਹਨਾਂ ਦੇ ਬੋਲਾਂ ਦੇ ਵਿੱਚ ਹੈ ਸੀ ਕਿ ਉਹ ਸਿੱਖਾਂ ਦੇ ਦਿਲਾਂ ਨੂੰ, ਉਹਨਾਂ ਦੀ ਰੂਹ ਨੂੰ ਸਮੂਹਕ ਤੌਰ ਤੇ ਟੁੰਬਣ ਦੀ ਸਮਰੱਥਾ ਰੱਖਦੇ ਸੀ। ਉਹਨਾਂ ਨੇ ਬਹੁਤ ਭਰਵੇਂ ਅੰਦਾਜ਼ 'ਚ ਕੌਮ ਦੀ ਰੂਹ ਨੂੰ ਟੁੰਬਿਆ, ਪ੍ਰੇਰਿਤ ਕੀਤਾ, ਤੇ ਕੌਮ ਨੇ ਉਸ ਤੋਂ ਵੀ ਤਕੜਾ ਰਿਸਪੌਂਸ ਜਿਹੜਾ ਉਹ ਸੰਤਾਂ ਨੂੰ ਦਿੱਤਾ ਤੇ ਨਾਲ ਉਹਨਾਂ ਦੇ ਹੋ ਕੇ ਤੁਰੇ। ਬਹੁਤ ਇੱਕ ਤਰ੍ਹਾਂ ਨਾਲ ਕਹੀਏ ਕਿ ਬਹੁਤ ਵੱਡਾ ਕਿਰਦਾਰ ਪੇਸ਼ ਕੀਤਾ ਉਹਨਾਂ ਨੇ ਆਪਣੇ ਆਪ ਨੂੰ, ਔਰ ਉਸ ਕਿਰਦਾਰ ਤੇ ਲੋਕ ਹੈ ਜਿਹੜੇ ਫਿਰ ਕੁਰਬਾਨ ਹੋਏ, ਫਿਦਾ ਹੋਏ, ਔਰ ਉਹਨਾਂ ਦੇ ਨਾਲ ਸੰਘਰਸ਼ ਚ ਕੁੱਦੇ। ਗੱਲ ਸੰਘਰਸ਼ ਤੇ ਆ ਗਈ ਹੈ ਤੇ ਮੈਂ ਇਹ ਜਾਣਨਾ ਚਾਹਾਂਗਾ ਭਾਈ ਸਾਹਿਬ ਕਿ ਜੋ ਹਥਿਆਰਬੰਦ ਸੰਘਰਸ਼ ਸੀਗਾ, ਉਹਦਾ ਮੁੱਢ ਕਿੰਨਾ ਘਟਨਾਵਾਂ ਨੇ ਬੰਨਿਆ, ਔਰ ਕੀ ਇਹ ਜਿਹੜਾ ਹਥਿਆਰਬੰਦ ਸੰਘਰਸ਼ ਸੀਗਾ, ਇਹਨੂੰ ਵਾਜਬ ਠਹਿਰਾਇਆ ਜਾ ਸਕਦਾ ਉਸ ਪੈਮਾਨੇ ਤੇ, ਉਸ ਕਸੌਟੀ ਤੇ ਜਿੱਥੇ ਆਲੋਚਨਾ ਵੀ ਹੁੰਦੀ ਹੈ ਕਿ ਹਥਿਆਰਬੰਦ ਸੰਘਰਸ਼ ਸੀਗਾ ਜਿਹੜਾ ਉਹਨੇ ਬਹੁਤ ਨੁਕਸਾਨ ਕੀਤਾ ਸਿੱਖ ਕੌਮ ਦਾ, ਪੰਜਾਬ ਦਾ। ਤੁਸੀਂ ਕਿਸ ਨਜ਼ਰੀਏ ਨਾਲ, ਕਿਸ ਦ੍ਰਿਸ਼ਟੀਕੋਣ ਤੋਂ ਦੇਖਦੇ ਹੋ? ਮੇਰੇ ਖਿਆਲ 'ਚ ਹਥਿਆਰਬੰਦ ਸੰਘਰਸ਼ ਨੂੰ ਕੋਈ ਘਟਨਾਵਾਂ ਜਨਮ ਨਹੀਂ ਦਿੰਦੀਆਂ, ਕੋਈ ਇਹਦੇ ਤਤਕਾਲੀ ਕਾਰਨ ਨਹੀਂ ਹੁੰਦੇ। ਹਥਿਆਰਬੰਦ ਸੰਘਰਸ਼ ਤੋਂ ਪਹਿਲਾਂ ਵੇਖੋ ਪੰਜਾਬ ਦੀ ਧਰਤੀ ਤੇ ਕੀ ਹੋ ਰਿਹਾ। 1947 ਤੋਂ ਬਾਅਦ ਸਿੱਖ ਇੱਕ ਤੋਂ ਬਾਅਦ ਦੂਜਾ ਸੰਘਰਸ਼ ਕਰ ਰਹੇ ਆ, ਤੇ ਹਰ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਮਹੂਰੀ ਤੇ ਅਮਨ ਪੂਰਵਕ ਆ। ਉਹਨਾਂ ਸੰਘਰਸ਼ਾਂ ਦੇ ਦੌਰਾਨ ਕੌਮ ਨੂੰ ਜਿਸ ਤਰੀਕੇ ਨਾਲ ਬੇਇੱਜ਼ਤ ਹੋਣਾ ਪਿਆ, ਕੌਮ ਨੂੰ ਜਿਸ ਤਰੀਕੇ ਨਾਲ ਖੱਜਲ ਖਰਾਬ ਹੋਣਾ ਪਿਆ, ਕੋਈ ਪ੍ਰਾਪਤੀ ਵੀ ਨਹੀਂ ਹੋਈ, ਉਲਟਾ ਨੁਕਸਾਨ ਹੋਇਆ, ਉਹਦੇ ਨਾਲ ਲੋਕਾਂ ਦੇ ਅੰਦਰ ਇਹ ਅਹਿਸਾਸ ਚੱਲ ਰਿਹਾ ਸੀ ਕਿ ਇੱਥੇ ਕੋਈ ਅਮਨ ਕਾਨੂੰਨ, ਜਿਹੜਾ ਇੱਥੇ ਕੋਈ ਕਾਨੂੰਨ ਦਾ ਰਾਜ ਨਹੀਂ, ਕਾਇਦਾ ਕਾਨੂੰਨ ਹਾਕਮਾਂ ਤੇ ਕੋਈ ਲਾਗੂ ਨਹੀਂ ਹੁੰਦਾ। ਕਾਇਦੇ ਕਾਨੂੰਨ ਜਿਹੜੇ ਆ ਉਹ ਲੋਕਾਂ ਨੂੰ, ਜਾਂ ਕਹਿ ਲਓ ਜਨਤਾ ਨੂੰ ਡੋਮੈਸਟੀਕੇਟ ਕਰਨ ਲਈ ਬਣਾਏ ਆ ਹਾਕਮ ਧਿਰ ਨੇ। ਡੋਮੈਸਟੀਕੇਟ ਤੋਂ ਭਾਵ ਉਹਨਾਂ ਨੂੰ ਪਾਲਤੂ ਬਣਾਉਣ ਲਈ ਬਣਾਇਆ।
ਉਹ ਇਹਨਾਂ ਦੇ ਪਾਲਤੂ ਜਾਨਵਰ ਬਣੇ ਰਹਿਣ, ਇਹਨਾਂ ਦੇ ਇਸ਼ਾਰਿਆਂ ਤੇ, ਇਹਨਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਉਹ ਕੰਮ ਕਰਦੇ ਰਹਿਣ। ਇਹੀ ਸਾਰਾ ਮਕਸਦ ਸੀ। ਪਰ ਉਹ ਫਰਸਟ੍ਰੇਸ਼ਨ ਦੇ ਵਿੱਚੋਂ ਲਗਾਤਾਰ ਲੰਮੀਆਂ ਜਿਹੜੀਆਂ ਲੜੀਆਂ ਸੀ ਨਿਰਾਸ਼ਤਾਵਾਂ ਦੀਆਂ, ਕੌਮ ਦੇ ਅੰਦਰ ਇਹ ਅਹਿਸਾਸ ਪੈਦਾ ਹੋ ਰਿਹਾ ਸੀ ਕਿ ਸਿੱਖਾਂ ਨੂੰ ਭਾਰਤੀ ਹਕੂਮਤ ਨਾਲ ਆਰ-ਪਾਰ ਦੀ ਲੜਾਈ ਲੜਨੀ ਪੈਣੀ ਆ। ਪਰ ਕੌਮ ਨੂੰ ਉਸ ਤਰ੍ਹਾਂ ਦੀ ਦਿਸ਼ਾ ਦੇਣ ਵਾਲਾ ਆਗੂ ਕੋਈ ਮੌਜੂਦ ਨਹੀਂ ਸੀ। ਜਿਹੜੀ ਸੋਵਰੇਨਟੀ ਦੀ ਸਪਿਰਿਟ ਆਰ-ਪਾਰ ਦੀ ਲੜਾਈ ਲੜਨ ਲਈ ਚਾਹੀਦੀ ਆ, ਉਹ ਪਹਿਲਾਂ ਕਿਸੇ ਆਗੂ ਨੇ ਵਿਖਾਈ ਨਹੀਂ। ਸੋ ਜਿਹੜੀ ਉਹ ਪ੍ਰਭੂ ਸੱਤਾ ਨੂੰ ਜਿਉਣ ਲਈ ਲੋੜੀਂਦੀ ਚੜ੍ਹਦੀ ਕਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ 'ਚ ਹੈ ਸੀ, ਉਹ ਸੰਤਾਂ ਨੇ ਉਹ ਚੜ੍ਹਦੀ ਕਲਾ ਵਿਖਾਈ, ਕੌਮ ਨੂੰ ਸੱਦਾ ਦਿੱਤਾ ਕਿ ਸਾਡੀ ਲੜਾਈ ਜਿਹੜੀ ਆ ਉਹ ਛੋਟੀਆਂ-ਮੋਟੀਆਂ ਰਿਆਇਤਾਂ ਜਿਵੇਂ ਫਸਲਾਂ ਦੇ ਭਾਅ ਵਧਾਉਣ ਤੱਕ ਸੀਮਿਤ ਨਹੀਂ। ਸਾਡੀ ਲੜਾਈ ਆ, ਸਾਡੀ ਹੋਂਦ ਦੀ ਲੜਾਈ ਆ, ਸਾਡੀ ਅਣਖ ਦੀ ਲੜਾਈ ਆ। ਸੋ ਸੰਤਾਂ ਦੀ ਦ੍ਰਿਸ਼ਟੀ ਇੰਨੀ ਕੁ ਗਹਿਰੀ ਸੀ ਕਿ ਉਹ ਇਸ ਗੱਲ ਦਾ ਅਹਿਸਾਸ ਰੱਖਦੇ ਸੀ ਕਿ ਜੇ ਕੌਮ ਜਿਹੜੀ ਆ ਉਹ ਪੱਕੇ ਤੌਰ ਤੇ ਡੋਮੈਸਟੀਕੇਟ ਹੋ ਜਾਂਦੀ ਆ, ਫਿਰ ਉਹਦਾ ਕੋਈ ਭਵਿੱਖ ਨਹੀਂ, ਉਹਨੂੰ ਕੋਈ ਨਹੀਂ ਬਚਾ ਸਕਦਾ। ਕੌਮ ਦਾ ਆਪਣੇ ਪੈਰਾਂ ਸਿਰ ਆਪਣੇ ਪੂਰੇ ਮਾਣ ਸਨਮਾਨ ਨਾਲ ਖੜੇ ਹੋਣਾ ਇਹ ਜ਼ਰੂਰੀ ਆ। ਸੋ ਇਸੇ ਲਈ ਉਹਨਾਂ ਨੇ ਸੱਦਾ ਦਿੱਤਾ। ਇਹ ਸੱਦੇ ਨੂੰ ਹੁੰਗਾਰਾ ਵੀ ਮਿਲਿਆ। ਜਿਹੜੀ ਗੱਲ ਹੈ ਨੁਕਸਾਨ ਦੀ ਗੱਲ ਤੁਸੀਂ ਵੇਖੋ ਵੀ ਕੀ ਨੁਕਸਾਨ ਹੋਇਆ ਸਿੱਖਾਂ ਦਾ ਹਥਿਆਰਬੰਦ ਸੰਘਰਸ਼ ਦੇ ਵਿੱਚ। ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਭਾਰਤੀ ਹਕੂਮਤ ਨੇ। ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਪੁਲਿਸ ਮੁਕਾਬਲੇ ਬਣੇ। ਦਰਬਾਰ ਸਾਹਿਬ ਤੇ ਹਮਲੇ ਦੌਰਾਨ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਕਤਲੇਆਮ ਹੋਇਆ। ਉਸ ਤੋਂ ਬਾਅਦ ਆਪਰੇਸ਼ਨ ਵੁੱਡਰੋਜ਼ ਹੋਇਆ। ਉਸ ਤੋਂ ਬਾਅਦ ਫਿਰ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਆਇਆ। 1978 ਤੋਂ ਲੈ ਕੇ 1992 ਜਾਂ 1995 ਤੱਕ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ 8,500 ਹੈ। ਗੈਰ ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ ਚਲੀ ਜਾਂਦੀ ਹੈ 40-50 ਹਜ਼ਾਰ ਤੱਕ। ਜਿਹੜੇ ਸੰਘਰਸ਼ ਦੇ 14 ਜਾਂ 17 ਸਾਲ ਹੈ, ਜੇ 95 ਤੱਕ ਵੀ ਲਾਈਏ, ਉਹਨਾਂ 'ਚ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵੱਧ ਤੋਂ ਵੱਧ 50,000 ਹੈ। ਸਾਡੇ ਕੋਲੇ ਕੋਈ ਠੋਸ ਅੰਕੜਾ ਤਾਂ ਨਹੀਂ, ਕਿਉਂਕਿ ਅੱਜ ਤੱਕ ਕਿਸੇ ਨਿਰਪੱਖ ਕੌਮਾਂਤਰੀ ਏਜੰਸੀ ਜਿਵੇਂ UNO ਨੇ ਜਾਂ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਸੇ ਭਾਰਤੀ ਹਕੂਮਤ ਤੋਂ ਆਜ਼ਾਦ ਨਿਰਪੱਖ ਏਜੰਸੀ ਨੇ ਸਿੱਖਾਂ ਦੀ ਨਸਲਕੁਸ਼ੀ ਦੀ ਕੋਈ ਜਿਹੜੀ ਆ ਉਹਦੀ ਜਾਂਚ ਨਹੀਂ ਕੀਤੀ। ਸੋ ਦਿੱਲੀ ਵਾਲੇ ਰਲਾ ਲਈਏ ਜੇ ਆਪਾਂ ਸਾਰੇ ਦਿੱਲੀ ਤੇ ਬਾਕੀ ਪੰਜਾਬ ਦੇ, ਤਾਂ ਵੀ ਆਪਾਂ ਖਿੱਚ ਧੂ ਕੇ ਜਿਹੜੀ ਗਿਣਤੀ ਆ ਉਹਨੂੰ 80-90 ਹਜ਼ਾਰ ਤੋਂ ਗਾਂਹ ਨਹੀਂ ਲਿਜਾ ਸਕਦੇ। ਪਰ ਮੇਰੇ ਖਿਆਲ ਜਿਹੜੇ ਹਥਿਆਰਬੰਦ ਸੰਘਰਸ਼ ਕਰਕੇ ਸਿੱਖ ਸ਼ਹੀਦ ਹੋਏ ਆ, ਉਹਨਾਂ ਦੀ ਗਿਣਤੀ 40-50 ਹਜ਼ਾਰ ਤੋਂ ਘੱਟ ਹੀ ਹੋਊਗੀ, ਵੱਧ ਨਹੀਂ ਹੋਊਗੀ। ਇਹਦੇ 'ਚ ਮੈਂ ਜਿਹੜੇ ਘੁਸਪੈਠੀਏ ਬਣਾ ਕੇ ਮਾਰੇ ਗਏ, ਜਿਹੜੇ ਲਵਾਰਸ ਲਾਸ਼ਾਂ ਕਰਾਰ ਦੇ ਕੇ ਮਾਰ ਕੇ ਖਪਾਏ ਗਏ, ਜਿਨ੍ਹਾਂ ਨੂੰ ਖਾੜਕੂ ਨੂੰ ਪਨਾਹ ਦੇਣ ਕਰਕੇ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਪਿੰਡ ਦੀਆਂ ਫਿਰਨੀਆਂ ਤੇ ਸਿੱਟ ਦਿੱਤੀਆਂ ਗਈਆਂ ਤੇ ਕਿਹਾ ਗਿਆ ਕਿ ਜਾਂ ਇਹ ਖਾੜਕੂਆਂ ਨੇ ਮਾਰਿਆ ਤੇ ਜਾਂ ਕਿਹਾ ਗਿਆ ਕਿ ਇਹ ਖਾੜਕੂਆਂ ਦੀ ਆਪਸੀ ਧੜੇਬੰਦੀ ਦਾ ਸ਼ਿਕਾਰ ਹੈ। ਜੇ ਉਹ ਵੀ ਸਾਰੇ ਰਲਾ ਲਈਏ, ਕਿਉਂਕਿ ਜਿਹੜੇ ਖਾੜਕੂਆਂ ਹੱਥੋਂ ਸਿਵਲੀਅਨਾਂ ਦੇ ਕਤਲ ਆ, ਉਹਨਾਂ ਦੀ ਗਿਣਤੀ ਜਿਹੜੀ ਸਟੇਟ ਆ ਉਹ 12,500 ਦੱਸਦੀ ਹੈ। ਉਹ ਸਾਰੇ ਕਤਲ ਖਾੜਕੂਆਂ ਨੇ ਨਹੀਂ ਕੀਤੇ। ਕੁਛ ਜਿਹੜੇ ਸਰਕਾਰ ਦੇ ਛੱਡੇ ਜਿਹੜੇ ਕੈਟ ਦਸਤੇ ਸੀ, ਉਹਨਾਂ ਨੇ ਕਤਲ ਕੀਤੇ। ਜਿਹੜੇ ਇਲਾਕਿਆਂ 'ਚੋਂ ਕਤਲ ਹੋਏ ਆ ਉਹਦੇ ਬਾਰੇ ਹਰ ਇਲਾਕੇ ਦੇ ਲੋਕਾਂ ਨੂੰ ਪਤਾ ਹੈ। ਲੋਕਾਂ ਨੂੰ ਉਹਨਾਂ ਕੈਟਾਂ ਦੇ ਨਾਂ ਵੀ ਪਤਾ ਹੈ, ਜਿਹੜੇ ਪਿੰਡਾਂ 'ਚ ਜਾ ਕੇ ਜੁਝਾਰੂ ਸਿੰਘਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਨੂੰ ਦਹਿਸ਼ਤ ਜ਼ਦਾ ਕਰਨ ਲਈ, ਉਹਨਾਂ ਨੂੰ ਜੁਝਾਰੂ ਸਿੰਘਾਂ ਤੋਂ ਅਲੱਗ ਥਲੱਗ ਕਰਨ ਲਈ, ਜਾਂ ਜੁਝਾਰੂ ਸਿੰਘਾਂ ਨੂੰ ਅਲੱਗ ਥਲੱਗ ਕਰਨ ਲਈ ਬਾਕੀ ਸਿੱਖ ਜਨਤਾ ਤੋਂ ਉਹ ਜਿਹੜੇ ਅੰਨ੍ਹੇਵਾਹ ਕਤਲ ਕੀਤੇ ਗਏ,
ਉਹ ਟੋਟਲ 12,500 ਜਿਹੜੇ ਖਾੜਕੂਆਂ ਦੇ ਖਾਤੇ ਪਾਏ ਜਾਂਦੇ ਆ। ਉਹਦੇ ਵਿੱਚੋਂ ਕੁਛ ਕੁ ਜਿਹੜੇ ਸਿੱਖਾਂ ਦੇ ਕਤਲ ਆ ਉਹ ਸਟੇਟ ਦੇ ਇਹਨਾਂ ਜਿਹੜੇ ਕੈਟ ਦਸਤੇ ਸੀ ਉਹਨਾਂ ਨੇ ਕੀਤੇ। ਸੋ ਜੇ ਉਹ ਵੀ ਰਲਾ ਲਈਏ, ਸਾਰੇ ਜਿਹੜੇ ਖਾਲੜਾ ਸਾਹਿਬ ਵਾਲੀਆਂ ਲਵਾਰਸ ਲਾਸ਼ਾਂ ਘੁਸਪੈਠੀਏ ਰਲਾ ਕੇ ਵੀ 40-50 ਹਜ਼ਾਰ ਤੋਂ ਜ਼ਿਆਦਾ ਗਿਣਤੀ ਨਹੀਂ ਬਣਦੀ। ਪਰ 1992 ਤੋਂ ਲੈ ਕੇ 2016 ਤੱਕ ਜਿਹੜੇ ਪੰਜਾਬ ਦੇ ਨੌਜਵਾਨ ਨਸ਼ਿਆਂ ਕਰਕੇ ਮਰੇ ਆ ਉਹਨਾਂ ਦੀ ਗਿਣਤੀ ਕਰੋ ਕਿੰਨੀ ਹੈ। ਅੰਕੜੇ ਸਾਡੇ ਕੋਲੇ ਝੂਠੇ ਮੁਕਾਬਲਿਆਂ ਵਾਲਿਆਂ ਦੇ ਵੀ ਹੈ ਨਹੀਂ, ਤੇ ਅੰਕੜੇ ਸਾਡੇ ਕੋਲੇ ਨਸ਼ਿਆਂ ਨਾਲ ਮਰਨ ਵਾਲਿਆਂ ਦੇ ਵੀ ਹੈ ਨਹੀਂ। ਪਰ ਅਸੀਂ ਪੰਜਾਬ ਦੇ ਪਿੰਡਾਂ ਨਾਲ ਸੰਬੰਧ ਰੱਖਦੇ ਹਾਂ, ਖਾਸ ਕਰਕੇ ਅਸੀਂ ਜਿਹੜੇ ਮਾਲਵੇ ਦੇ ਇਲਾਕੇ ਦੇ ਲੋਕ ਹਾਂ। ਸਾਨੂੰ ਪਤਾ ਹੈ ਕਿ ਉਸ ਵੇਲੇ ਮਾਝੇ ਦੇ ਪਿੰਡ ਤਾਂ ਸੀ ਜਿੱਥੇ 25-25, 50-50 ਨੌਜਵਾਨ ਇੱਕ ਪਿੰਡ ਦੇ ਪੁਲਿਸ ਨੇ ਸ਼ਹੀਦ ਕੀਤੇ ਆ। ਪਰ ਮਾਲਵੇ 'ਚ ਇਹ ਨਹੀਂ ਹੋਇਆ। ਮਾਲਵੇ 'ਚ ਆਮ ਤੌਰ ਤੇ ਕਈ ਪਿੰਡਾਂ ਦਾ ਇੱਕ ਵੀ ਨੌਜਵਾਨ ਨਹੀਂ ਸੀ, ਬਹੁਤੇ ਪਿੰਡਾਂ ਦੇ ਇੱਕਾ ਦੁੱਕਾ ਹੁੰਦੇ ਸੀ। ਪਰ ਮਾਲਵੇ 'ਚ 1992 ਤੋਂ ਅੱਜ ਤੱਕ ਜਿਹੜੇ ਨੌਜਵਾਨਾਂ ਦੀ ਨਸ਼ਿਆਂ ਕਰਕੇ ਮੌਤ ਹੋਈ ਹੈ ਉਹ ਇੱਕਾ ਦੁੱਕਾ ਨਹੀਂ। ਉਹ ਤਾਂ ਸਾਡੇ ਫਰੀਦਕੋਟ ਸ਼ਹਿਰ ਦੇ ਵਿੱਚ ਹੀ ਕੋਈ ਗਿਣਤੀ ਨਹੀਂ ਕਿੰਨੇ ਨੌਜਵਾਨ ਮਰ ਗਏ ਪਿਛਲੇ 20 ਸਾਲਾਂ 'ਚ। ਤੇ ਸਿੱਧੀਆਂ ਮੌਤਾਂ ਉਹ ਨਸ਼ੇ ਕਰਕੇ ਹੋਈਆਂ, ਸਾਰੀ ਦੁਨੀਆ ਨੂੰ ਪਤਾ। ਪਿੰਡਾਂ 'ਚ ਹੁਣ ਤੱਕ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ। ਮੈਂ ਸਿਰਫ ਜਿਹੜੇ ਨਸ਼ੇ ਦੇ ਆਦੀ ਹੋਣ ਕਰਕੇ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਆ, ਸਿਰਫ ਉਹਨਾਂ ਦੀ ਗੱਲ ਕਰ ਰਿਹਾ। ਜੇ ਕਿਸਾਨਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਉਹਨਾਂ ਨੂੰ ਵਿੱਚ ਸ਼ਾਮਲ ਕਰ ਲਈਏ, ਉਹ ਬਹੁਤ ਵੱਡੀ ਗਿਣਤੀ ਬਣ ਜਾਣੀ ਆ। ਸਾਡੇ ਕੋਲ ਪ੍ਰੋਪਰ ਸਟੱਡੀਜ਼ ਹੈ ਨਹੀਂ ਗੀਆਂ, ਪਰ ਮੈਂ ਕਹਿਣ ਦੀ ਕੋਸ਼ਿਸ਼ ਕੀ ਕਰ ਰਿਹਾ, ਜਿਹੜਾ ਯੂਥ ਜਦੋਂ ਕਿਸੇ ਘੱਟ ਗਿਣਤੀ ਦਾ ਨਸ਼ਿਆਂ ਵਾਲੇ ਪਾਸੇ ਜਾਂਦਾ, ਉਹ ਕੋਈ ਸੁਭਾਵਿਕ ਘਟਨਾਵਾਂ ਨਹੀਂ ਹੁੰਦੀਆਂ। ਸਟੇਟ ਹਮੇਸ਼ਾ ਇਹੀ ਕਹਿੰਦੀ ਆ ਵੀ ਇਹ ਲੋਕ ਜਿਹੜੇ ਆ ਇਹ ਅਨਪੜ੍ਹ ਆ, ਇਹ ਸੱਭਿਆ ਨਹੀਂ, ਇਹਨਾਂ ਨੂੰ ਜ਼ਿੰਦਗੀ ਦਾ ਪਤਾ ਨਹੀਂ, ਇਹਨਾਂ ਦਾ ਮਾਨਸਿਕ ਪੱਧਰ ਹੀ ਇਸ ਤਰ੍ਹਾਂ ਦਾ ਹੈ ਤਾਂ ਇਹ ਨਸ਼ੇ ਕਰ ਰਹੇ ਆ। ਪਰ ਅਸਲ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ, ਕਦੇ ਵੀ ਨਹੀਂ ਹੁੰਦੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ। ਅਸਲ 'ਚ ਸਟੇਟ ਦੀਆਂ ਏਜੰਸੀਜ਼ ਗਿਣੇ ਮਿਥੇ ਤਰੀਕੇ ਨਾਲ ਬਹੁਤ ਵੱਡੇ ਪੱਧਰ ਤੇ ਤਰੱਦਦ ਕਰਕੇ ਕਿਸੇ ਜਿਹੜੀ ਕੌਮ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਣਾ, ਉੱਥੇ ਉਹ ਨਸ਼ੇ ਸੱਟਦੇ ਆ। ਅਮਰੀਕਾ 'ਚ CIA ਨੇ ਕਾਲਿਆਂ ਦੇ ਇਲਾਕਿਆਂ ਦੇ ਵਿੱਚ ਕਿਵੇਂ ਸਿਸਟੇਮੈਟਿਕਲੀ ਨਸ਼ੇ ਫੈਲਾਏ ਆ, ਇਹਦੇ ਬਾਰੇ ਬਹੁਤ ਸਾਰੀਆਂ ਸਟੱਡੀਜ਼ ਮਿਲਦੀਆਂ। ਜਿਹੜੀ ਅਮਰੀਕਾ ਨੇ ਵਾਰ ਆਫ ਡਰੱਗ ਸ਼ੁਰੂ ਕੀਤੀ ਮੁੜ ਕੇ ਨਸ਼ੇ ਖਤਮ ਕਰਨ ਲਈ, ਉਹਦਾ ਨਿਸ਼ਾਨਾ ਵੀ ਕਾਲਿਆਂ ਨੂੰ ਹੀ ਬਣਾਇਆ ਗਿਆ। ਜੇ ਗੋਰਾ ਕੋਈ ਨਸ਼ੇ ਦੇ ਨਾਲ ਫੜਿਆ ਜਾਂਦਾ ਹੈ, ਉਹ ਤੇ ਖਾਸ ਕਾਰਵਾਈ ਨਹੀਂ ਹੁੰਦੀ। ਅਮਰੀਕਾ ਦੀਆਂ ਜੇਲ੍ਹਾਂ 'ਚ ਜਿਹੜੇ ਵੱਡੀ ਗਿਣਤੀ 'ਚ ਲੋਕ ਸੜ ਰਹੇ ਆ ਉਹ ਕਾਲੇ ਹੀ ਆ। ਹੁਣੇ ਆਪਣੇ ਕੋਲੇ ਅੰਕੜੇ ਆਏ ਆ, ਹਿੰਦੁਸਤਾਨ ਦੇ ਵਿੱਚ ਵੀ ਜੇਲ੍ਹਾਂ 'ਚ ਜਾਣ ਵਾਲੇ ਲੋਕਾਂ ਦੀ ਸਭ ਤੋਂ ਜਿਹੜੀ ਜ਼ਿਆਦਾ ਗਿਣਤੀ ਆ ਉਹ ਸਿੱਖਾਂ ਦੀ ਆ। ਮਤਲਬ ਜੁਰਮ ਕਰਨ ਵਾਲਿਆਂ 'ਚ ਸਿੱਖਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਨਹੀਂ ਗੀ। ਜਿਹੜੇ ਬਾਕੀ ਭਾਈਚਾਰਿਆਂ 'ਚੋਂ ਖਾਸ ਕਰਕੇ ਬਹੁ ਗਿਣਤੀ 'ਚੋਂ ਕੋਈ ਬੰਦੇ ਜੁਰਮ ਕਰਦੇ ਆ, ਉਹ ਅਕਸਰ ਜੇਲ੍ਹ ਜਾਣ ਤੋਂ ਬਚ ਜਾਂਦੇ ਆ, ਸਜ਼ਾ ਹੋਣ ਤੋਂ ਬਚ ਜਾਂਦੇ ਆ। ਘੱਟ ਗਿਣਤੀਆਂ ਨਹੀਂ ਬਚਦੀਆਂ। ਸੋ ਜਿਹੜੇ 92 ਤੋਂ ਲੈ ਕੇ ਅੱਜ ਤੱਕ ਨਸ਼ਿਆਂ ਰਾਹੀਂ ਮਰੇ ਆ, ਇਹ ਵੀ ਸਰਕਾਰ ਨੇ ਮਾਰੇ ਆ। ਸਿਰਫ ਇੰਨੀ ਵਜ੍ਹਾ ਨਹੀਂ ਇਹਦੀ ਵੀ ਸਰਕਾਰ ਨੇ ਨਸ਼ੇ ਫੈਲਾਏ, ਉਹਦੀ ਇਹ ਵੀ ਵਜ੍ਹਾ ਵੀ ਜਦੋਂ ਸਰਕਾਰ ਤੁਹਾਡੇ ਐਜੂਕੇਸ਼ਨ ਸਿਸਟਮ ਨੂੰ ਇੰਨਾ ਖਸਤਾ ਕਰ ਦਿੰਦੀ ਹੈ ਕਿ ਉਹ ਹੋਇਆ ਅਣਹੋਇਆ ਇੱਕ ਬਰਾਬਰ ਹੁੰਦਾ। ਜਦੋਂ ਪਤਾ ਹੈ ਪਿੰਡ ਦੇ ਸਕੂਲ 'ਚੋਂ ਪੜ੍ਹ ਕੇ ਤੁਸੀਂ ਪਿੰਡਾਂ ਵਰਗੇ ਸ਼ਹਿਰ ਦੇ ਕਾਲਜ ਦੀ ਅੰਗਰੇਜ਼ੀ ਪਾਸ ਨਹੀਂ ਕਰ ਸਕਦੇ, ਤੁਸੀਂ ਕਾਲਜ ਸਰਵਾਈਵ ਹੀ ਨਹੀਂ ਕਰ ਸਕਦੇ, ਤੁਸੀਂ ਜਿਹੜੀ ਪੜ੍ਹਾਈ ਤੋਂ ਬਾਅਦ ਕੰਮ ਹਾਸਲ ਕਰਨ ਲਈ ਮੁਕਾਬਲੇ ਦੀ ਦੌੜ 'ਚੋਂ ਹੀ ਬਾਹਰ ਆ। ਇਹ ਨੌਜਵਾਨਾਂ ਨੂੰ ਪਤਾ ਹੈ ਕਿ ਉਹ ਮਾਰਜਨਲਾਈਜ਼ਡ ਹੈ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਸਾਹਮਣੇ ਕੁਛ ਨਹੀਂ ਗਾ। ਉਹਨਾਂ ਨੂੰ ਪਤਾ ਹੈ ਕਿ ਦਿੱਲੀ ਦੇ ਸਕੂਲ 'ਚ ਪੜ੍ਹੇ ਦਾ ਤੇ ਪੰਜਾਬ ਦੇ ਸਕੂਲ 'ਚ ਪੜ੍ਹੇ ਦਾ ਕੀ ਫਰਕ ਹੈ, ਜਾਂ ਜਿਹੜਾ ਪੰਜਾਬ ਦੇ ਕਿਸੇ ਲੁਧਿਆਣੇ ਜਾਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਸਕੂਲਾਂ 'ਚ ਪੜ੍ਹੇ ਆ ਉਹਨਾਂ ਦਾ ਪੰਜਾਬ ਦੇ ਪਿੰਡਾਂ ਦੀ ਪੜ੍ਹਾਈ ਤੋਂ ਕੀ ਫਰਕ ਹੈ। ਸੋ ਜਿਹੜੀਆਂ ਆਬਾਦੀ ਬਹੁਤ ਜ਼ਿਆਦਾ ਹੈ,
ਨੌਕਰੀਆਂ ਤਾਂ ਗਿਣਤੀ ਦੀਆਂ ਨਿਕਲਣੀਆਂ। ਤੇ ਉਹ ਯੂਥ ਦਾ ਇੱਕ ਵੱਡਾ ਸੈਕਸ਼ਨ ਆ ਜਿਹਦੇ ਸਾਹਮਣੇ ਨਿਰਾਸ਼ਤਾ ਤੋਂ ਬਿਨਾਂ ਹੋਰ ਕੁਝ ਨਹੀਂ। ਸੋ ਉਹ ਵੀ ਤਾਂ ਸਰਕਾਰ ਨੇ ਮਾਰੇ ਆ। ਜੇ ਹਥਿਆਰਬੰਦ ਸੰਘਰਸ਼ ਦੇ ਰਾਹੀਂ 50,000 ਮਰਾ ਲਿਆ ਤੇ ਹਥਿਆਰਬੰਦ ਸੰਘਰਸ਼ ਬੰਦ ਹੋਣ ਤੋਂ ਬਾਅਦ ਹੁਣ ਤਾਈਂ ਕਿੰਨੇ ਮਰਾ ਲਏ ਉਹ ਵੀ ਗਿਣਤੀ ਕਰੋ। ਬਚਾਅ ਕੋਈ ਨਹੀਂ ਹੋਇਆ। ਸਾਡਾ ਨੁਕਸਾਨ ਸੰਘਰਸ਼ ਤੋਂ ਬਾਅਦ ਜ਼ਿਆਦਾ ਹੋਇਆ। ਬਹੁਤ ਡੂੰਘੀ ਗੱਲ ਕਹੀ ਤੁਸੀਂ ਭਾਈ ਸਾਹਿਬ, ਬਹੁਤ ਡੂੰਘੀ ਗੱਲ ਔਰ ਤਥਾਤਮਕ ਗੱਲ ਹੈ। ਕੋਈ ਗੱਲ ਇਹ ਤੁੱਕੇ ਵਾਲੀ ਨਹੀਂ, ਬਹੁਤ ਵੱਡਾ ਤੱਥ ਦੇ ਕੇ ਤੁਸੀਂ ਤੱਥ ਪੇਸ਼ ਕਰਕੇ ਰੀਲ ਦਿੱਤੀ ਹੈ ਔਰ ਕਾਬਲੇ ਤਾਰੀਫ ਹੈ। ਤੇ ਮੈਂ ਅੱਗੇ ਪੁੱਛਾਂਗਾ ਤੁਹਾਡੇ ਤੋਂ ਜੀ ਕਿ ਉਸ ਸਮੇਂ ਦੀ ਜਿਹੜੀ ਉਸ ਦੌਰ ਦੀ ਪੰਜਾਬੀ ਸਿਆਸਤ ਸੀ, ਉਸਨੇ ਇਸ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ? ਮੇਰੇ ਕੋਲ ਹੁਣੇ ਇੱਕ ਡਾਕੂਮੈਂਟ ਸੀਗਾ, ਮੈਂ ਪੜ੍ਹਦਾ ਪਿਆ ਸੀਗਾ, ਉਹਦੇ 'ਚ ਕੁਝ ਨੇਤਾ ਜਿਹੜੇ ਉਸ ਸਮੇਂ ਦੇ ਸੀਗੇ, ਵੱਡੇ ਪੰਥਕ ਆਗੂ ਵੀ ਕਹਿ ਸਕਦੇ ਉਹਨਾਂ ਨੂੰ, ਉਸ ਸਮੇਂ ਦੀ ਪੰਥਕ ਸਿਆਸਤ ਨੂੰ ਜਿਹੜੇ ਚਲਾ ਰਹੇ ਸੀਗੇ, ਉਹਨਾਂ ਦੀਆਂ ਮੁਲਾਕਾਤਾਂ ਦਾ ਬਿਊਰਾ ਦਿੱਤਾ ਹੈ। ਮੈਂ ਉਹਨਾਂ ਦੇ ਲੇਖਕ ਦਾ ਨਾਮ ਵੀ ਤੁਹਾਡੇ ਨਾਲ ਸਾਂਝਾ ਕਰਦਾ, ਗੁਰਚਰਨਜੀਤ ਸਿੰਘ ਲਾਂਬਾ ਨੇ, ਕੋਈ ਐਡਵੋਕੇਟ। ਉਹਨਾਂ ਨੇ ਸਿਲਸਿਲੇਵਾਰ ਤਰੀਕਾਂ 16 ਨਵੰਬਰ 1982, 17 ਨਵੰਬਰ 1982 ਇਸ ਤਰ੍ਹਾਂ ਮੀਟਿੰਗਾਂ ਦਾ ਹਵਾਲਾ ਦੇ ਕੇ ਕਿ ਕਿਸ ਤਰ੍ਹਾਂ ਉਹ ਮੀਟਿੰਗਾਂ ਕਰ ਰਹੇ ਸੀ। ਦੂਜੇ ਪਾਸੇ ਤੇ ਇੱਕ ਪਾਸੇ ਉਹ ਜਿਹੜੇ ਮੋਰਚਿਆਂ ਇਹਨਾਂ ਦੇ ਨਾਲ ਖੜੇ ਸੀਗੇ। ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਉਸ ਸਿਆਸਤ ਨੇ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ, ਜਿੱਦਾਂ 80 ਤੋਂ ਲਾ ਲਈਏ 84 ਦੇ ਦਰਮਿਆਨ, ਇਹ 4 ਸਾਲਾਂ ਦੇ। ਦੇਖੋ ਜੀ, ਲਾਂਬਾ ਸਾਹਿਬ ਨੇ ਜ਼ਰੂਰ ਵੇਰਵਾ ਦਿੱਤਾ ਹੁਣ ਉਹਨਾਂ ਮੀਟਿੰਗਾਂ ਦਾ, ਪਰ 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਹਮਲੇ ਨੂੰ ਵਾਜਬ ਠਹਿਰਾਉਣ ਲਈ ਭਾਰਤ ਸਰਕਾਰ ਨੇ ਜਿਹੜਾ ਵਾਈਟ ਪੇਪਰ ਜਾਰੀ ਕੀਤਾ, ਉਹ ਵਾਈਟ ਪੇਪਰ 'ਚ ਉਹਨਾਂ ਸਾਰੀਆਂ ਮੀਟਿੰਗਾਂ ਦਾ ਵੇਰਵਾ ਹੈਗਾ। ਇਹ ਵੀ ਹਵਾਲਾ ਹੈ, ਵਾਈਟ ਪੇਪਰ ਦਾ ਹਵਾਲਾ ਹੈ। ਉਹਦਾ ਸਰਕਾਰ ਦਾ ਹਵਾਲਾ ਨਾ, ਸਰਕਾਰੀ ਦਸਤਾਵੇਜ਼ ਆ। ਸੋ ਉਹਦੇ 'ਚ ਜਿਹੜੀਆਂ ਜਨਤਕ ਮੀਟਿੰਗਾਂ ਹੋਈਆਂ ਉਹਨਾਂ ਦਾ ਵੀ ਵੇਰਵਾ, ਜਿਹੜੀਆਂ ਗੁਪਤ ਮੀਟਿੰਗਾਂ ਹੋਈਆਂ ਉਹਨਾਂ ਦਾ ਵੀ ਵੇਰਵਾ। ਬਹੁਤ ਸਾਰੀਆਂ ਮੀਟਿੰਗਾਂ 'ਚ ਇਕੱਲੇ ਅਕਾਲੀ ਨਹੀਂ ਗਏ, ਬਹੁਤ ਸਾਰੀਆਂ ਮੀਟਿੰਗਾਂ 'ਚ ਇਹ ਜਿਹੜੇ ਮੁੱਖ ਕਾਂਗਰਸੀ ਆਗੂ ਆ, ਕੈਪਟਨ ਅਮਰਿੰਦਰ ਸਿੰਘ, ਇਹ ਵੀ ਸ਼ਾਮਲ ਹੁੰਦੇ ਰਹੇ ਆ। ਸੋ ਉਹ ਵੇਰਵੇ ਤਾਂ ਜਿਹੜੇ ਆਪਾਂ ਉਹ ਧਿਆਨ 'ਚ ਆ ਸਾਰਿਆਂ ਦੇ। ਜਿਹੜਾ ਅਕਾਲੀ ਦਲ ਦਾ ਰੋਲ ਆ, ਦੇਖੋ, ਅਕਾਲੀ ਦਲ ਦੇ ਰੋਲ ਨੂੰ ਸਮਝਣ ਤੋਂ ਪਹਿਲਾਂ ਅਕਾਲੀ ਦਲ ਦੀ ਜਿਹੜੀ ਸਿਆਸੀ ਐਕਟੀਵਿਟੀ ਆ ਉਹਦੀ ਤਬੀਅਤ ਨੂੰ ਸਮਝੋ ਕਿ ਉਹ ਕੰਮ ਕਿਵੇਂ ਕਰ ਰਹੇ ਆ। ਅਕਾਲੀ ਦਲ ਦੇ ਆਗੂਆਂ ਨੇ ਇਸ ਗੱਲ ਦਾ ਅਹਿਸਾਸ ਕਰ ਲਿਆ ਕਿ ਸਰਕਾਰ ਨਾਲ ਟਕਰਾ ਕੇ ਖੱਜਲ ਖਰਾਬ ਹੋਣ ਤੋਂ ਜਾਂ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਿਨਾਂ ਹੋਰ ਕੁਛ ਨਹੀਂਗਾ। ਸਰਕਾਰ ਨਾਲ ਹੱਥ ਮਿਲਾ ਕੇ ਜਿੰਨਾ ਮਰਜ਼ੀ ਲਾਹਾ ਖੱਟਿਆ ਜਾ ਸਕਦਾ। ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ 1947 ਤੋਂ ਲੈ ਕੇ 65 ਤੱਕ ਬਿਲਕੁਲ ਵੱਖਰੀ ਕਿਸਮ ਦੀ ਸੀ। ਭਾਵੇਂ ਉਹਨਾਂ ਨੇ ਸਿੱਖਾਂ ਨੂੰ ਕੁਝ ਹਾਸਲ ਨਹੀਂ ਕਰਕੇ ਦਿੱਤਾ, ਪਰ ਉਹਨਾਂ ਦਾ ਕਿਰਦਾਰ ਅੱਜ ਦੇ ਅਕਾਲੀਆਂ ਦੇ ਮੁਕਾਬਲੇ ਬਹੁਤ ਚੰਗਾ ਸੀ। ਮਾਸਟਰ ਤਾਰਾ ਸਿੰਘ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਅੱਗੇ ਆਈ ਆ, ਉਹਦੇ 'ਚ ਕੋਈ ਸੰਤ ਫਤਿਹ ਸਿੰਘ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਗੁਰਚਰਨ ਸਿੰਘ ਟੌਹੜਾ ਜਾਂ ਜਿਹੜਾ ਬਲਵੰਤ ਸਿੰਘ ਵਿੱਤ ਮੰਤਰੀ ਹੁੰਦਾ ਸੀ, ਉਹ ਕੋਈ ਵੀ ਬੰਦੇ ਹੋਣ, ਇਹਨਾਂ ਬੰਦਿਆਂ ਨੇ ਸਿਆਸੀ ਐਕਟੀਵਿਟੀ ਸ਼ੁਰੂ ਹੀ ਇਸ ਨੁਕਤੇ ਤੋਂ ਕੀਤੀ ਕਿ ਸੱਤਾ ਹਾਸਲ ਕਰਨੀ ਆ ਤੇ ਪੈਸਾ ਕਮਾਉਣਾ। ਟੌਹੜੇ ਬਾਰੇ ਕਿਹਾ ਜਾਂਦਾ ਕਿ ਉਹਨੇ ਪੈਸਾ ਕੋਈ ਨਹੀਂ ਕਮਾਇਆ, ਕੋਈ ਜਾਇਦਾਦ ਨਹੀਂ ਬਣਾਈ, ਪਰ ਟੌਹੜੇ ਬਾਰੇ ਕੌਣ ਨਹੀਂ ਜਾਣਦਾ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਜਾਂ ਅਹੁਦੇਦਾਰ ਜਾਂ ਅਧਿਕਾਰੀ ਸੀ, ਉਹਨਾਂ ਨੂੰ ਉਹ ਗਿਣ ਮਿਥ ਕੇ ਕਰਪਸ਼ਨ ਕਰਨ ਦੀ ਖੁੱਲ੍ਹ ਦਿੰਦਾ ਸੀ। ਉਹ ਜਿਹੜੇ ਕਰਪਸ਼ਨ ਉਹਨਾਂ ਤੋਂ ਕਰਵਾ ਕੇ ਉਹਨਾਂ ਨੂੰ ਕਾਣੇ ਕਰਕੇ ਰੱਖਦਾ ਸੀ, ਉਹਦੇ ਆਧਾਰ ਤੇ ਉਹਨਾਂ ਨੂੰ ਵਰਤਦਾ ਸੀ। ਸੋ ਟੌਹੜੇ ਨੇ ਇੱਕ ਵੱਖਰੇ ਤਰੀਕੇ ਨਾਲ ਕਰਪਸ਼ਨ ਦੇ ਆਸਰੇ ਹੀ ਸਾਰੀ ਜ਼ਿੰਦਗੀ ਸ਼੍ਰੋਮਣੀ ਕਮੇਟੀ ਤੇ ਆਪਣਾ ਹੋਲਡ ਬਣਾ ਕੇ ਰੱਖਿਆ।
ਤੇ ਉਸੇ ਆਸਰੇ ਜੋ ਸਿੱਖਾਂ ਦਾ ਕਾਇਮ ਆਗੂ, ਉਹਦੇ ਬਾਰੇ ਕਿਹਾ ਜਾਂਦਾ ਕਿ ਬੜਾ ਸ਼ਾਤਰ ਸੀ, ਬੜੀ ਡਿਪਲੋਮੇਸੀ ਸੀ। ਉਹਦੀ ਸ਼ਾਤਰਤਾ ਡਿਪਲੋਮੇਸੀ ਸਿੱਖਾਂ ਦੇ ਕਿਸੇ ਕੰਮ ਤਾਂ ਆਈ ਨਹੀਂ। ਭਾਰਤ ਸਰਕਾਰ ਦੇ ਸਾਹਮਣੇ ਇਹ ਆਪਣੀ ਸ਼ਾਤਰਤਾ ਬਾਦਲ ਜਾਂ ਟੌੜੇ ਵਰਗੇ ਬੰਦੇ ਵਰਤ ਸਕਣ, ਨਾ ਇਹਨਾਂ 'ਚ ਇੰਨੀ ਸਮਰੱਥਾ ਹੈ, ਨਾ ਇਹਨਾਂ ਦਾ ਇਸ ਤਰ੍ਹਾਂ ਦਾ ਕੋਈ ਮਕਸਦ ਆ। ਪਰ ਸਿੱਖਾਂ ਦੇ ਪਿੱਠ 'ਚ ਛੁਰਾ ਮਾਰਨ ਦੇ ਮਾਮਲੇ 'ਚ ਹੀ ਇਹਨਾਂ ਨੇ ਆਪਣੀ ਸਾਰੀ ਸ਼ਾਤਰਤਾ ਵਿਖਾਈ ਆ। ਉਹਦੇ 'ਚ ਕੀ ਆ, ਕਿਸੇ ਕੌਮ ਨੇ ਤੁਹਾਡੇ ਤੇ ਭਰੋਸਾ ਕੀਤਾ, ਤੁਸੀਂ ਵਿਸ਼ਵਾਸਘਾਤ ਕਰ ਰਹੇ ਆ ਉਹਨਾਂ ਨਾਲ, ਇਹ ਕਿੱਡੀ ਕੁ ਪ੍ਰਾਪਤੀ ਵਾਲੀ ਗੱਲ ਆ। ਸੋ ਇਹ ਬਿਲਕੁਲ ਨਾ ਅਹਿਲ, ਨਿਕੰਮੇ ਤੇ ਭ੍ਰਿਸ਼ਟ ਆਗੂ ਸੀ, ਜਿਨ੍ਹਾਂ ਦਾ ਕੰਮ ਹੀ ਇਹ ਸੀ। ਸੰਤ ਜਰਨੈਲ ਸਿੰਘ ਨੂੰ ਹੁੰਗਾਰਾ ਹੀ ਇਹਨਾਂ ਕਰਕੇ ਮਿਲਿਆ। ਸੰਤ ਜਰਨੈਲ ਸਿੰਘ ਜਦੋਂ ਸੀਨ ਤੇ ਆਏ ਤੇ ਕੌਮ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਜਿਹੜਾ ਇੱਕ ਸੱਚਾ ਤੇ ਸੁੱਚਾ, ਕਥਨੀ ਤੇ ਕਰਨੀ ਦਾ ਪੂਰਾ ਆਗੂ ਜਿਹੜਾ ਉਹ ਹੁਣ ਮਿਲ ਗਿਆ ਤੇ ਇਹਦੇ 'ਚ ਸਾਡਾ ਭਵਿੱਖ ਆ। ਇਹਨਾਂ ਦਾ 84 ਵੇਲੇ ਜਿਹੜੀਆਂ ਇਹਨਾਂ ਨੇ ਸਰਕਾਰ ਨਾਲ ਮੁਲਾਕਾਤਾਂ ਕੀਤੀਆਂ, ਦਰਬਾਰ ਸਾਹਿਬ ਤੇ ਹਮਲਾ ਕਰਾਉਣ 'ਚ ਇਹਨਾਂ ਦੀ ਮਿਲੀ ਭੁਗਤ, ਉਹ ਸਾਰਾ ਕੁਝ ਬੇਨਕਾਬ ਹੋ ਚੁੱਕਾ ਹੈ, ਸਾਨੂੰ ਪਤਾ ਲੱਗ ਚੁੱਕਾ ਹੈ। ਉਹ ਆਪਣੇ ਆਪ 'ਚ ਚੰਗੀ ਗੱਲ ਹੈ, ਵੇਰਵੇ ਬਾਹਰ ਆ ਗਏ। ਪਰ ਇਹਨਾਂ ਦਾ ਸਾਨੂੰ ਤਬਾਹ ਕਰਨ ਵਾਲਾ ਰੋਲ 1984 'ਚ ਸ਼ੁਰੂ ਨਹੀਂ ਹੋਇਆ। ਇਹ ਪਹਿਲਾਂ ਤੋਂ ਹੀ ਦਹਾਕਿਆਂ ਤੋਂ ਇਹ ਸਿੱਖਾਂ ਨਾਲ ਇਹੀ ਕੁਝ ਕਰ ਰਹੇ ਸੀ। ਤੇ ਇਹ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ ਕਿ ਜੋ ਇਹ ਇੱਕ ਪ੍ਰਚਾਰ ਕੀਤਾ ਜਾਂਦਾ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀਗੇ ਜਿਹੜੇ, ਉਹ ਹਿੰਦੂਆਂ ਦੇ ਕੱਟੜ ਵਿਰੋਧੀ ਸਨ। ਬਹੁਤ ਫਿਕਰੇ ਵੀ ਮਿਲਦੇ ਆ, ਜੁਮਲੇ ਵੀ ਇਸ ਤਰ੍ਹਾਂ ਦੇ ਬੋਲੇ ਜਾਂਦੇ ਕਿ ਇੱਕ ਸਿੱਖ ਨੂੰ 35 ਹਿੰਦੂ ਆਉਂਦੇ, ਇਸ ਤਰ੍ਹਾਂ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ। ਇਹ ਕਿੰਨੀ ਕੁ ਸੱਚਾਈ ਹੈ, ਇਹਨਾਂ ਚੀਜ਼ਾਂ ਦੇ ਪਿੱਛੇ ਕਿੰਨੀ ਕੁ ਤਰਕਤਾ ਹੈ ਕਿ ਇਹ ਵਾਕਿਆ ਉਹ ਉਹਨਾਂ ਦੇ ਮਨ ਦੇ ਵਿੱਚ, ਜਹਿਨੀਅਤ ਦੇ ਵਿੱਚ ਹੀ ਚੀਜ਼ ਸੀ, ਜਾਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਦੂਸਰੇ ਜਿਹੜੇ ਵਿਰੋਧੀ ਏਜੰਸੀਆਂ ਜੋ ਵੀ ਹੈ ਉਹਨਾਂ ਵੱਲੋਂ ਇਹ ਪ੍ਰਚਾਰ ਫੈਲਾਇਆ ਗਿਆ? ਦੇਖੋ ਜੀ, ਜਿਹੜੀ ਇੱਕ ਗੱਲ ਬਾਰੇ ਤਾਂ ਆਪਾਂ ਨੂੰ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਨੂੰ ਨੌਜਵਾਨਾਂ ਦੀ ਭਰਵੀਂ ਸਪੋਰਟ ਹਾਸਲ ਸੀ, ਸਿੱਖ ਨੌਜਵਾਨਾਂ ਦੀ। ਸਾਨੂੰ ਇਹ ਵੀ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਦੇ ਇਸ਼ਾਰੇ ਤੇ ਉਹ ਨੌਜਵਾਨ ਕੁਝ ਵੀ ਕਰਨ ਲਈ ਤਿਆਰ ਸੀ। ਠੀਕ ਹੈ ਨਾ। ਇਹ ਵੀ ਠੀਕ ਹੈ ਕਿ ਨੌਜਵਾਨਾਂ ਕੋਲੇ ਹਥਿਆਰ ਵੀ ਸੀਗੇ। ਇਹ ਵੀ ਠੀਕ ਹੈ ਕਿ ਉਹਨਾਂ ਨੇ ਹਥਿਆਰਬੰਦ ਜਿਹੜੇ ਐਕਸ਼ਨ ਹੈ ਉਹ ਵੀ ਕੀਤੇ 1984 ਤੋਂ ਪਹਿਲਾਂ। ਇਹ ਸਾਰੇ ਵੇਰਵੇ ਆਪਾਂ ਨੂੰ ਮਿਲਦੇ ਆ। ਸਵਾਲ ਹੈ ਕਿ 1984 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਹਿੰਦੂਆਂ ਨੂੰ ਚੁਣ ਕੇ ਮਾਰਿਆ ਗਿਆ, ਉਹਦੀਆਂ ਕਿੰਨੀਆਂ ਘਟਨਾਵਾਂ ਹੋਈਆਂ। ਇੱਕ ਢਲਵਾਂ ਕਾਂਡ ਆ, ਤੇ ਇੱਕ ਦੁਸ਼ਹਿਰੇ ਕੋਲੇ ਕੁਝ ਬੰਦੇ ਮਾਰੇ ਗਏ ਸੀ। ਜਿਹੜਾ ਢਲਵਾਂ ਬੱਸ ਕਾਂਡ ਆ, ਉਹਦੇ 'ਚ 6 ਬੰਦੇ ਮਰੇ ਸੀ। ਉਹਦੇ 'ਚ ਅਮ, 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 ਉਹਦੇ ਬਾਰੇ ਜਿਹੜੇ ਬੰਦੇ ਪੰਜਾਬ ਦੀ ਸਿਆਸਤ ਬਾਰੇ ਜਾਣਕਾਰੀ ਰੱਖਦੇ ਆ, ਉਹਦੇ ਬਾਰੇ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਉਹ ਵਾਕਿਆ ਹੀ ਸੰਤਾਂ ਨੇ ਬੰਦੇ ਭੇਜੇ ਸੀ ਜਾਂ ਨਹੀਂ। ਜ਼ਿਆਦਾ ਸੰਭਾਵਨਾ ਇਹੀ ਹੈ ਕਿ ਉਹ ਸਿੱਖਾਂ ਦਾ ਕੰਮ ਨਹੀਂ ਸੀ। ਉਸ ਤੋਂ ਬਾਅਦ ਨਸ਼ਹਿਰੇ ਪਿੰਡ ਕੋਲੇ ਵੀ ਇੱਕ ਗੋਲੀ ਕਾਂਡ ਹੋਇਆ ਸੀ, ਉਹ 'ਚ ਕੁਝ ਬੰਦੇ ਮਰੇ ਸੀ। 84 ਤੋਂ ਪਹਿਲਾਂ ਜਿਹੜੇ ਚੁਣ ਕੇ ਹਿੰਦੂ ਮਾਰਨ ਦੀਆਂ ਘਟਨਾਵਾਂ, ਉਹਨਾਂ 'ਚ ਜੇ ਕੁੱਲ ਗਿਣਤੀ ਤੁਸੀਂ 20 ਵੀ ਕਰਦੇ ਹੋ ਨਾ, ਇਹ ਵੱਡੀ ਗੱਲ ਹੈ। ਜਗਰਾਓਂ ਕੋਲੇ ਗੋਲੀ ਕਾਂਡ ਹੋਇਆ ਸੀ, ਉਹ 'ਚ ਬੰਦਾ ਕੋਈ ਨਹੀਂ ਸੀ ਮਰਿਆ, ਗੋਲੀ ਚੱਲੀ ਸੀ, ਸ਼ਾਇਦ ਕੁਝ ਬੰਦੇ ਜ਼ਖਮੀ ਹੋਏ ਹੋਣ, ਉਹਦੇ 'ਚ ਮੌਤਾਂ ਨਹੀਂ ਸੀ ਹੋਈਆਂ। ਜਿੰਨੀ ਵੱਡੀ ਪੱਧਰ ਤੇ ਸੰਤਾਂ ਨੂੰ ਸਿੱਖ ਨੌਜਵਾਨਾਂ ਦੀ ਹਮਾਇਤ ਹਾਸਲ ਸੀ, ਜਿੰਨੀ ਸਿੱਖ ਨੌਜਵਾਨ ਜਿੰਨੀ ਨਿਸ਼ਠਾ ਨਾਲ ਉਹਨਾਂ ਦੇ ਬੋਲੇ ਹਰ ਸ਼ਬਦ ਤੇ ਫੁੱਲ ਚੜਾਉਂਦੇ ਸੀ, ਉਸ ਹਿਸਾਬ ਨਾਲ
ਕਦੇ ਵੀ ਪੰਜਾਬ 'ਚ ਜਿਹੜੀਆਂ ਸਿੱਖ ਭੀੜਾਂ ਨੇ ਸਮੂਹਕ ਤੌਰ ਤੇ ਹਿੰਦੂਆਂ ਤੇ ਹਮਲੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਹੜੀ ਕਿ ਚੰਗੀ ਗੱਲ ਹੈ। ਆਪਾਂ ਨੇ ਕਹਿੰਦੇ ਹੋਣੇ ਚਾਹੀਦੇ ਸੀ। ਨਾ ਹੀ ਜਿਹੜੇ ਜੁਝਾਰੂ ਸਿੰਘ ਜਿਨ੍ਹਾਂ ਕੋਲ ਹਥਿਆਰ ਸੀ, ਉਹਨਾਂ ਨੇ ਵੱਡੇ ਪੱਧਰ ਤੇ ਹਿੰਦੂਆਂ ਦੇ ਉੱਤੇ ਹਮਲੇ ਕੀਤੇ। ਇਸ ਗੱਲ ਦੀ ਵੀ ਆਪਾਂ ਸ਼ਲਾਘਾ ਕਰਦੇ ਹਾਂ। ਜਿਹੜੇ ਫਿਰਕੂ ਫਸਾਦ ਹੈ ਕਿਸੇ ਵੀ ਪੱਧਰ ਤੇ, ਉਹ ਬਿਲਕੁਲ ਨਹੀਂ ਹੋਣੇ ਚਾਹੀਦੇ। ਜੇ ਸਰਕਾਰਾਂ ਨਾਲ ਤੁਹਾਡੀ ਲੜਾਈ ਹੈ, ਜਿਸ ਵੀ ਤਰੀਕੇ ਨਾਲ ਕੋਈ ਕੌਮ ਆਪਣੀ ਆਜ਼ਾਦੀ ਦੀ ਲੜਾਈ ਲੜਨੀ ਚਾਹੁੰਦੀ, ਉਹਨੂੰ ਲੜਨੀ ਚਾਹੀਦੀ ਹੈ। ਪਰ ਜਿਹੜਾ 35 ਦੇ ਹਿੱਸੇ 35 ਆਉਣ ਵਾਲਾ ਬਿਆਨ ਆ, ਉਹ ਪਹਿਲਾਂ ਇੰਦਰਾ ਗਾਂਧੀ ਨੇ ਬਿਆਨ ਦਿੱਤਾ ਸੀ ਵੀ ਜੇ ਪੰਜਾਬ ਦੇ ਸਿੱਖ ਇਹ ਸਮਝ ਲੈਣ ਕਿ ਜੇ ਉਹ ਜ਼ਿਆਦਾ ਹੀ ਅੜਨਗੇ ਤੇ ਇਹ ਵੇਖ ਲਓ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਕੀ ਬਣੂਗਾ। ਪੰਜਾਬ 'ਚ ਸਿੱਖਾਂ ਨੇ ਹਿੰਦੁਸਤਾਨ ਦੇ ਅੰਦਰ ਰਹਿੰਦਿਆਂ ਖੁਦ ਮੁਖਤਿਆਰੀ ਦੀ ਮੰਗ ਕੀਤੀ ਹੈ। ਹਾਲਾਂਕਿ ਜੇ ਉਹ ਹਿੰਦੁਸਤਾਨ ਤੋਂ ਵੱਖਰੇ ਹੋਣ ਦੀ ਮੰਗ ਵੀ ਕਰਦੇ, ਇਹਦੇ ਨਾਲ ਵੀ ਭਾਰਤੀ ਹਕੂਮਤ ਨੂੰ ਇਹ ਹੱਕ ਨਹੀਂ ਮਿਲਦਾ ਕਿ ਉਹ ਬਾਹਰਲੇ ਜਿਹੜੇ ਸਿੱਖ ਹੈ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਵੇ। ਹੁਣ ਸਕਾਟਲੈਂਡ ਦੇ ਲੋਕਾਂ ਨੇ ਇੰਗਲੈਂਡ ਤੋਂ ਅੱਡ ਹੋਣ ਦੀ ਮੰਗ ਕੀਤੀ ਹੈ। ਕਿਊਬੈਕ ਦੇ ਲੋਕ ਜਿਹੜੇ ਆ ਉਹ ਕੈਨੇਡਾ ਤੋਂ ਅੱਡ ਹੋਣ ਦੀ ਮੰਗ ਕਰ ਰਹੇ ਆ। ਕੈਨੇਡਾ ਦੇ ਵਿੱਚ ਫਰਾਂਸੀਸੀਆਂ ਨੂੰ ਤੇ ਇੰਗਲੈਂਡ ਦੇ ਵਿੱਚ ਜਿਹੜੇ ਸਕਾਟਿਸ਼ ਆ ਉਹਨਾਂ ਨੂੰ ਸਰਕਾਰਾਂ ਨੇ ਧਮਕੀ ਦਿੱਤੀ ਹੈ ਜੇ ਆਜ਼ਾਦੀ ਦੀ ਮੰਗ ਕੀਤੀ ਤੇ ਜਿਹੜੇ ਬਾਕੀ ਇਲਾਕਿਆਂ 'ਚ ਰਹਿੰਦੇ ਸਾਰੇ ਮਾਰ ਦਿਆਂਗੇ ਅਸੀਂ। ਇਹ ਹਨੇਰਗਰਦੀ ਹਿੰਦੁਸਤਾਨ 'ਚ ਹੀ ਚੱਲਦੀ ਰਹੀ ਹੈ ਨਾ। ਉਹਦੇ ਜਵਾਬ 'ਚ ਸੰਤਾਂ ਨੇ ਕਿਹਾ ਸੀ ਕਿ ਜੇ ਇਹ ਗੱਲ ਹੈ ਤੇ ਫਿਰ ਇੱਕ ਦੇ ਹਿੱਸੇ 35 ਆਉਂਦੇ। ਉਹ ਜਿਹੜੀ ਇੱਕ ਚੁਣੀ ਹੋਈ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦੀ, ਉਹਦਾ ਕੀ ਹੱਕ ਹੈ ਕਿ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਖੁਦ ਮੁਖਤਿਆਰੀ ਦੀ ਮੰਗ ਹੈ ਅਨੰਦਪੁਰ ਸਾਹਿਬ ਦੇ ਮਤੇ ਤਹਿਤ, ਉਹਦੇ ਜਵਾਬ 'ਚੋਂ ਕਹਿ ਰਹੀ ਹੈ ਪੰਜਾਬ ਦੇ ਬਾਹਰਲੇ ਸਿੱਖਾਂ ਦੀ ਸੇਫਟੀ ਬਾਰੇ ਸੋਚੋ। ਜੇ ਹੁਣ ਰਿਐਕਸ਼ਨ ਉਹਦਾ ਆਉਂਦਾ ਹੈ ਜਦੋਂ ਸਿਰ ਧੜ ਦੀ ਬਾਜ਼ੀ ਲੱਗੀ ਹੋਵੇ, ਫਿਰ ਕਈ ਵਾਰੀ ਤਿੱਖੇ ਪ੍ਰਤੀਕਰਮ ਆ ਜਾਂਦੇ ਆ। ਪਰ ਜਦੋਂ ਬੰਦੇ ਤਿੱਖੇ ਪ੍ਰਤੀਕਰਮ ਦਿੰਦੇ ਆ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਹਰ ਸ਼ਬਦ ਨੂੰ ਆਪਾਂ ਲਿਟਰਲੀ ਲੈਣਾ ਵੀ ਉਹ ਕੋਈ ਇਸ ਤਰ੍ਹਾਂ ਦੀ ਵਿਉਂਤ ਬਣਾ ਰਹੇ ਸੀ ਜਾਂ ਉਹ ਸਿੱਖਾਂ ਨੂੰ ਇਸ ਕੰਮ ਲਈ ਤਿਆਰ ਕਰ ਰਹੇ ਸੀ। ਜੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਵਿਉਂਤਬੰਦੀ ਕੀਤੀ ਹੁੰਦੀ ਫਿਰ ਤਾਂ ਉਹਨਾਂ ਕੋਲੇ ਹਥਿਆਰ ਵੀ ਸੀ, ਉਹਨਾਂ ਕੋਲੇ ਬੰਦੇ ਵੀ ਸੀ, ਤੇ ਪੰਜਾਬ ਦੇ ਪਿੰਡਾਂ 'ਚ ਬੈਠੇ ਹਿੰਦੂਆਂ ਨੂੰ ਜਾਂ ਛੋਟੇ ਸ਼ਹਿਰਾਂ 'ਚ ਬੈਠੇ ਹਿੰਦੂਆਂ ਦੀ ਸੁਰੱਖਿਆ ਕੀ ਸੀ। ਜੇ ਸੁਰੱਖਿਆ ਮੰਨ ਲਓ ਸੀਗੀ, ਫਿਰ ਕੋਈ ਜਿਹੜੇ ਅਸਫਲ ਹਮਲੇ ਆ ਉਹਨਾਂ ਤੇ ਹੋਏ। ਜੇ ਹਮਲੇ ਨਹੀਂ ਹੋਏ ਫਿਰ ਤੁਸੀਂ ਕਿਵੇਂ ਕਹੋਗੇ। ਜੇ ਆਪਾਂ ਹੁਣ ਲੱਗਦੇ 884 ਤੋਂ ਬਾਅਦ ਦੀ ਗੱਲ ਵੀ ਕਰੀਏ, ਰਿਬੇਰੋ ਮੁਤਾਬਕ ਰਿਬੇਰੋ ਦੇ ਵੇਲੇ ਪੰਜਾਬ 'ਚ ਇੱਕ ਵੇਲੇ 5000 ਜਿਹੜਾ ਖਾੜਕੂ ਆ ਉਹ ਮੌਜੂਦ ਸੀ। ਉਹਨਾਂ ਨੂੰ ਉਹਨੇ ਅੱਗੇ ABC ਕੈਟਾਗਰੀਆਂ 'ਚ ਵੰਡਿਆ। ਇਹ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਰਿਬੇਰੋ ਤੋਂ ਬਾਅਦ ਜਿਹੜੇ ਪੰਜਾਬ 'ਚ ਰੂਪੋਸ਼ ਖਾੜਕੂ ਸੀ ਉਹਨਾਂ ਦੀ ਗਿਣਤੀ 'ਚ ਬਹੁਤ ਵੱਡੀ ਪੱਧਰ ਤੇ ਵਾਧਾ ਹੋਇਆ। ਪਰ 5000 ਮੰਨ ਲਓ, ਜੇ 5000 ਬੰਦਾ ਹਥਿਆਰ ਲੈ ਕੇ ਤੁਰਿਆ ਫਿਰਦਾ ਤੇ ਉਹਦਾ ਮਕਸਦ ਹੈ ਆਮ ਜਿਹੜੇ ਸਿਵਲੀਅਨ ਹਿੰਦੂ ਆ ਉਹਨਾਂ ਦੇ ਕਤਲ ਕਰਨਾ, ਜੇ ਇੱਕ ਬੰਦਾ ਇੱਕ ਦਿਨ 'ਚ ਇੱਕ ਹਿੰਦੂ ਦਾ ਕਤਲ ਕਰੇ, ਮਹੀਨੇ ਦਾ 1.5 ਲੱਖ ਬਣਦਾ। ਜਿਹੜੇ ਟੋਟਲ ਕਤਲ ਹੋਏ ਪੰਜਾਬ ਦੀ ਧਰਤੀ ਤੇ 78 ਤੋਂ 95 ਤੱਕ ਨਾ ਅੱਜ ਤੱਕ, ਉਹ ਜਿਹੜਾ ਮੈਂ ਵੈਬਸਾਈਟ ਵੇਖੀ ਆ ਉਹ ਅੱਜ ਤੱਕ ਦਾ ਡਾਟਾ ਦਿੰਦੀ ਹੈ, ਉਹ 12,500 ਆ। ਉਹ 12,500 ਚੋਂ ਬਹੁਤ ਗਿਣਤੀ ਸਿੱਖਾਂ ਦੀ ਹੈ, ਜਿਨ੍ਹਾਂ 'ਚ ਪੁਲਿਸ ਵਾਲੇ ਵੀ ਆ, ਜਿਹਨਾਂ 'ਚ ਪੁਲਿਸ ਮੁਖਬਰ ਵੀ ਆ, ਸਿਆਸੀ ਆਗੂ ਵੀ ਆ, ਹੋਰ ਬਹੁਤ ਸਾਰੇ ਜਿਹੜੇ ਸਟੇਟ ਨਾਲ ਕੋਲੈਬੋਰੇਟ ਕਰਨ ਵਾਲੇ ਲੋਕ ਆ। ਸੋ ਕਤਲਾਂ ਦੀ ਗਿਣਤੀ ਜਿਹੜੇ ਚੁਣ ਕੇ ਹਿੰਦੂ ਮਾਰੇ ਗਏ, ਉਹ ਗਿਣਤੀ 450 ਤੋਂ ਵੱਧ ਨਹੀਂ ਬਣਦੀ ਸਾਰੇ ਸਾਲਾਂ ਦੇ ਦੌਰਾਨ। ਸੋ ਕੋਈ ਨਾ ਕੋਈ ਜਿਹੜੀ ਸਿੱਖਾਂ ਦੇ ਖਿਲਾਫ ਸਮੂਹਕ ਹਿੰਸਾ ਹੋਈ ਬਹੁ ਗਿਣਤੀ ਭਾਈਚਾਰੇ ਵੱਲੋਂ, ਉਹਦਾ ਕੋਈ ਨਾ ਕੋਈ ਪ੍ਰਤੀਕਰਮ ਹੋਇਆ। ਮਨੁੱਖੀ ਫਿਤਰਤ ਹੈ, ਪ੍ਰਤੀਕਰਮ ਹੋ ਜਾਂਦੇ ਆ।
ਪਰ ਆਪਾਂ ਉਹਨੂੰ ਜਾਇਜ਼ ਨਹੀਂ ਠਹਿਰਾਉਂਦੇ। ਆਪਾਂ ਚਾਹੁੰਦੇ ਹਾਂ ਵੀ ਸਿੱਖਾਂ ਨੂੰ ਆਪਣੇ ਆਦਰਸ਼ ਰੱਖਣੇ ਚਾਹੀਦੇ ਆ। ਜੇ ਸਿੱਖ ਇੱਕ ਵੀ ਹਿੰਦੂ ਨੂੰ ਨਾ ਮਾਰਦੇ ਤਾਂ ਜ਼ਿਆਦਾ ਵਧੀਆ ਗੱਲ ਸੀ। ਤੇ ਮੈਂ 450 ਗਿਣਤੀ ਤਾਂ ਦੇ ਰਿਹਾ ਕਿਉਂਕਿ ਇਹ ਉਹ ਬੰਦੇ ਆ ਜਿਨ੍ਹਾਂ ਦਾ ਹਿੰਦੂ ਹੋਣ ਕਰਕੇ ਕਤਲ ਕੀਤਾ ਗਿਆ। ਹੁਣ ਜੇ ਕੋਈ ਹਿੰਦੂ ਪੁਲਿਸ ਅਫਸਰ ਮਾਰਿਆ, ਉਹਨੂੰ ਹਿੰਦੂਆਂ ਦੇ ਖਾਤੇ ਨਹੀਂ ਪਾ ਸਕਦੇ, ਫਿਰ ਉਹੋ ਜਿਹਾ ਸਿੱਖ ਪੁਲਿਸ ਅਫਸਰ ਵੀ ਮਰਿਆ, ਉਹੋ ਜਿਹਾ ਬਾਕੀਆਂ ਤੇ ਵੀ ਹਮਲੇ ਹੋਏ ਆ। ਸੋ ਉਹ ਜਿਹੜੇ ਚੁਣ ਕੇ ਬੱਸ ਜਾਂ ਸਫ਼ਰ 'ਚ ਕਰਦੇ ਬੰਦੇ ਮਾਰੇ ਗਏ, ਜੇ ਉਹਨਾਂ ਦੀ ਗਿਣਤੀ ਕਰਦੇ ਆ, ਉਹ ਗਿਣਤੀ ਦੇ ਆਧਾਰ ਤੇ ਸਪਸ਼ਟ ਹੁੰਦਾ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਮਨਸ਼ਾ ਨਹੀਂ ਸੀ। ਅਦਰਵਾਈਜ਼ ਜਿੰਨੇ ਵੱਡੇ ਪੱਧਰ ਤੇ ਪੰਜਾਬ 'ਚ ਹਥਿਆਰ ਆਏ, ਜਿਹੜੇ ਕਿਸਮ ਦੇ ਹਥਿਆਰ ਆਏ, ਜਿਵੇਂ AK-47 ਕਿੰਨੀ ਵੱਡੀ ਗਿਣਤੀ ਸੀ ਪੰਜਾਬ 'ਚ, ਤੇ AK-47 ਦੀ ਜਿਹੜੀ ਫਾਇਰਿੰਗ ਸਪੀਡ, ਉਹਦੀ ਸਮਰੱਥਾ, ਉਹਦੀ ਐਕੂਰੇਸੀ, ਉਹ ਸਾਰਾ ਕੁਝ ਲੋਕਾਂ ਨੂੰ ਪਤਾ ਹੈ, ਜਾਣਕਾਰੀ ਹੈ ਇਹਦੇ ਬਾਰੇ। ਸੋ AK-47 ਚੱਲੀਆਂ ਕਿੱਥੇ ਹੈ? ਟਾਰਗੇਟਡ ਵਾਇਲੈਂਸ ਹੋਈ ਹੈ ਮੇਨਲੀ, ਜਿਹੜੀ ਸਿਵਿਲੀਅਨ ਵਾਇਲੈਂਸ ਆ ਉਹ ਨਹੀਂ ਹੋਈ। ਹੁਣ 450 ਬੰਦਾ ਜਿਹੜਾ 15 ਸਾਲਾਂ 'ਚ ਪੰਜਾਬ 'ਚ ਮਰਿਆ, ਉਹ ਤਾਂ ਬਣ ਜਾਂਦਾ ਮੁੱਖ ਮੁੱਦਾ। ਜਿਹੜਾ 3000 ਸਿੱਖ 3 ਦਿਨਾਂ 'ਚ ਕੱਲੇ ਦਿੱਲੀ ਸ਼ਹਿਰ 'ਚ ਮਰਿਆ, ਸਰਕਾਰੀ ਅੰਕੜੇ ਕਹਿੰਦੇ 3000, ਮੈਂ ਨਹੀਂ ਕਹਿੰਦਾ, ਗਿਣਤੀ ਬਹੁਤ ਜ਼ਿਆਦਾ ਇਹਦੇ ਨਾਲੋਂ। ਉਹ ਕੋਈ ਮਤਲਬ ਹੀ ਨਹੀਂ ਉਹਦਾ। ਹਿੰਦੁਸਤਾਨ ਭਰ ਦੇ ਵਿੱਚ ਕੁੱਲ ਸਿੱਖਾਂ ਦਾ ਕਤਲੇਆਮ ਕਿੰਨੀ ਗਿਣਤੀ 'ਚ ਹੋਇਆ, ਇਹਦੀ ਕੋਈ ਰਿਪੋਰਟ ਨਹੀਂ, ਕੋਈ ਜਾਂਚ ਨਹੀਂ। ਜਿਹੜੇ ਸਿੱਖਾਂ ਤੇ ਦੋਸ਼ ਲਾਏ ਜਾਂਦੇ ਕਿ ਉਹਨਾਂ ਨੇ ਹਿੰਦੂਆਂ ਨੂੰ ਮਾਰਿਆ, ਉਹ ਬੰਦੇ ਅਰੈਸਟ ਨਹੀਂ ਹੋਏ, ਉਹ ਬੰਦਿਆਂ ਤੇ ਟਰਾਇਲ ਨਹੀਂ ਚੱਲੇ, ਇੱਕ ਵੀ ਬੰਦੇ ਨੂੰ ਪ੍ਰੋਪਰ ਜੁਡੀਸ਼ੀਅਲ ਪ੍ਰੋਸੈਸ ਰਾਹੀਂ ਸਜ਼ਾ ਨਹੀਂ ਹੋਈ ਹਿੰਦੂਆਂ ਦੇ ਕਤਲ ਕਰਨ ਲਈ। ਸੋ ਸ਼ਾਇਦ ਉਹ ਖਾੜਕੂਆਂ ਨੇ ਕੀਤੇ ਹੋਣ, ਸ਼ਾਇਦ ਉਹ ਸਰਕਾਰੀ ਏਜੰਸੀਆਂ ਨੇ ਕਰਾਏ ਹੋਣ, ਸਾਨੂੰ ਪੱਕੀ ਜਾਣਕਾਰੀ ਨਹੀਂ। ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹਨਾਂ 'ਚ ਸਟੇਟ ਦੇ ਮੰਤਰੀ, ਕੇਂਦਰ ਦੇ MP ਭੀੜਾਂ ਦੀ ਅਗਵਾਈ ਕਰ ਰਹੇ ਸੀ। ਉਹ ਅਗਵਾਈ ਕਰਨ ਵਾਲਿਆਂ ਦੇ ਚਸ਼ਮਦੀਦ ਗਵਾਹ ਅਜੇ ਵੀ ਜਿਉਂਦੇ ਆ। 30 ਸਾਲ ਹੋ ਗਏ, ਮੁੱਖ ਜ਼ਿੰਮੇਵਾਰ ਬੰਦਿਆਂ ਤੇ ਜਾਂ ਮੁਕੱਦਮੇ ਨਹੀਂ ਚੱਲੇ, ਜਿਨ੍ਹਾਂ ਤੇ ਚੱਲੇ ਉਹਨਾਂ ਨੂੰ ਸਜ਼ਾ ਕੋਈ ਨਹੀਂ ਹੋਈ। ਜੇ 30-31 ਸਾਲ 'ਚ ਸਜ਼ਾ ਨਹੀਂ ਹੋਈ, ਤੇ ਹੁਣ ਸਜ਼ਾ ਹੋਵੇ ਜਾਂ ਨਾ ਹੋਵੇ, ਇਹਦਾ ਅਰਥ ਕੀ ਹੈ? ਬਹੁਤੇ ਬੰਦੇ ਤਾਂ ਉਹਨਾਂ 'ਚ ਕੁਦਰਤੀ ਮੌਤਾਂ ਮਰ ਚੁੱਕੇ ਆ, ਈਵਨ HKL ਭਗਤ ਵਰਗੇ ਮਰ ਚੁੱਕੇ ਆ। ਸੋ ਜਿਹੜਾ ਇਹ ਪੇਸ਼ਕਾਰੀ ਇਸ ਤਰ੍ਹਾਂ ਕੀਤੀ ਜਾਂਦੀ ਆ, ਐਕਨੋਲਜ ਕਰਨ ਦੀ ਲੋੜ ਤਾਂ ਇਹ ਹੈ ਕਿ ਕਤਲ ਤਾਂ ਕੋਈ ਹੋਇਆ ਹੀ ਨਹੀਂ। ਤੁਸੀਂ ਇੱਕ ਹੋਰ ਤੱਥ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਜਿਹੜੇ 84 ਤੋਂ ਪਹਿਲਾਂ 1 ਜੂਨ ਤੱਕ ਕਤਲ ਹੋਇਆ ਨਾ, 1 ਜੂਨ 1984 ਤੱਕ, ਉਹਨਾਂ ਦੀ ਕੁੱਲ ਗਿਣਤੀ 410 ਆ। 298 ਕਤਲ 1 ਜਨਵਰੀ 1984 ਤੋਂ 1 ਜੂਨ 1984 ਦੇ ਦਰਮਿਆਨ ਹੋਏ ਆ। ਸੋ 1978 ਤੋਂ ਲੈ ਕੇ 1 ਜਨਵਰੀ 1984 ਤੱਕ ਹੋਣ ਵਾਲੇ ਕੁੱਲ ਕਤਲਾਂ ਦੀ ਗਿਣਤੀ 112। ਮੈਂ 1 ਜਨਵਰੀ ਤੱਕ ਦੇ ਕਤਲਾਂ ਨੂੰ ਵੱਖਰੇ ਕਰਕੇ ਕਿਉਂ ਵੇਖਦਾ? ਕਿਉਂਕਿ ਬ੍ਰਿਟਿਸ਼ ਇੰਟੈਲੀਜੈਂਸ ਦੇ ਦਰਬਾਰ ਸਾਹਿਬ ਤੇ ਹਮਲੇ ਪ੍ਰਤੀ ਜਿਹੜੇ ਦਸਤਾਵੇਜ਼ ਥੋੜਾ ਸਮਾਂ ਪਹਿਲਾਂ ਲੀਕ ਹੋਏ ਆ, ਉਹਨਾਂ ਦੇ ਆਧਾਰ ਤੇ ਸਾਨੂੰ ਪਤਾ ਲੱਗਦਾ ਕਿ ਜਨਵਰੀ ਤੱਕ ਭਾਰਤ ਸਰਕਾਰ ਹਮਲਾ ਕਰਨ ਦਾ ਫੈਸਲਾ ਕਰ ਚੁੱਕੀ ਸੀ। 112 ਬੰਦਰਾਂ ਕਤਲਾਂ ਦੇ ਆਧਾਰ ਤੇ 5 ਸਾਲਾਂ 'ਚ ਹੋਏ 112 ਕਤਲਾਂ ਦੇ ਆਧਾਰ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ। ਖੁਦ ਮੁਖਤਿਆਰੀ ਦੀ ਮੰਗ ਕਰਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ। ਤੋ ਇਹ ਜਿਹੜਾ ਲੋਕਾਂ ਨੂੰ ਜਿਸ ਤਰੀਕੇ ਨਾਲ ਮੀਡੀਆ ਪੇਸ਼ ਕਰ ਰਿਹਾ, ਮੀਡੀਆ ਇਹ ਕਹਿੰਦਾ ਬਹੁਤ ਵੱਡੀ ਗਿਣਤੀ 'ਚ ਕਤਲੋਗਾਰਤ ਹੋ ਰਹੀ ਸੀ, ਅਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਸੀ, ਹਿੰਦੂਆਂ ਨੂੰ ਖਤਰਾ ਸੀ। ਮੀਡੀਆ ਇਹ ਨਹੀਂ ਕਹਿੰਦਾ ਵੀ 1978 ਤੋਂ ਲੈ ਕੇ 1 ਜਨਵਰੀ 1984 ਤੱਕ ਜਿਹੜੇ 112 ਕਤਲ ਹੋਏ ਆ, ਇਹਦੀ ਗਿਣਤੀ ਬਹੁਤ ਵੱਡੀ ਹਿੰਸਾ 'ਚ ਨਹੀਂ। ਜਿਹੜਾ ਦੁਨੀਆ ਭਰ ਦੇ ਵਿੱਚ ਲੋਐਸਟ ਮਰਡਰ ਰੇਟ ਆ, ਇਹ ਉਹਦੇ 'ਚ ਆਉਂਦਾ। ਇਦੋਂ ਜ਼ਿਆਦਾ ਮਰਡਰ ਰੇਟ ਤਾਂ ਯੂਪੀ 'ਚ ਆਮ ਹਾਲਾਤ 'ਚ ਹੁੰਦਾ। ਸੋ ਹਿੰਸਾ ਜਿਹੜੀ ਇੰਨੀ ਪੰਜਾਬ 'ਚ ਹੈ ਨਹੀਂ ਸੀ 84 ਤੋਂ ਪਹਿਲਾਂ,
ਜਾਂ ਬਾਅਦ ਚ ਵੀ ਜਿਸ ਪੱਧਰ ਤੇ ਮੀਡੀਆ ਨੇ ਉਹਨੂੰ ਬਣਾ ਕੇ ਪੇਸ਼ ਕੀਤਾ। ਸੋ ਕਹਿਣ ਤੋਂ ਭਾਵ ਕਿ ਸੰਤਾਂ ਦਾ ਜਿਹੜਾ ਇਸ ਤਰ੍ਹਾਂ ਦੀ ਹਿੰਸਾ ਬਾਰੇ ਉਹ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਮਨਸੂਬਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਕਤਲੋਗਾਰਤ ਕਰਾਉਣੀ ਆ, ਕਿਉਂਕਿ ਉਹਨਾਂ ਨੇ ਕਰਵਾਈ ਨਹੀਂ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਕੋਈ ਮਨਸੂਬਾ ਨਹੀਂ ਸੀ। ਸਭ ਕੁਝ ਹੁੰਦਿਆਂ, ਮੈਨ ਪਾਵਰ ਹੁੰਦਿਆਂ, ਹਥਿਆਰਾਂ ਦੇ ਹੁੰਦਿਆਂ, ਉਹਨਾਂ ਨੇ ਕਦੇ ਇਸ ਤਰ੍ਹਾਂ ਦੀ ਕਤਲੋਗਾਰਤ ਨਹੀਂ ਕਰਾਈ। ਜੋ ਕੁਝ ਹੋਇਆ ਉਹਦੇ ਸਾਰੇ ਅੰਕੜੇ ਸਾਡੇ ਕੋਲ ਆ, ਵੇਰਵੇ ਸਾਨੂੰ ਮਿਲਦੇ ਆ। ਜੇ ਉਹਨਾਂ ਨੇ ਕਤਲ ਨਹੀਂ ਕੀਤੇ ਉਹਦੀ ਇੱਕੋ ਹੀ ਵਜ੍ਹਾ ਸੀ ਕਿ ਉਹਨਾਂ ਦਾ ਅਜਿਹਾ ਕੋਈ ਮਨਸ਼ਾ ਨਹੀਂ ਸੀ। ਜੀ 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 ਭਾਈ ਸਾਹਿਬ, ਆਪਣੇ ਨਾਲ ਕਾਲਰ ਨੇ ਭਾਈ ਜਸਵੀਰ ਸਿੰਘ ਨੇ ਜੀ ਵੈਸੇ ਤੋਂ ਪੁੱਛ ਲਈਏ ਕਿ ਵਿਚਾਰ ਪੇਸ਼ ਕਰਨਾ ਚਾਹੁੰਦੇ ਨੇ। ਭਾਈ ਸਾਹਿਬ, ਤੁਸੀਂ ਆਨ ਰਹੇ ਹੋ। ਹਾਂਜੀ, ਧੰਨਵਾਦ ਦੋਨੋਂ ਵੀਰਾਂ ਦਾ, ਬਹੁਤ ਹੀ ਵਧੀਆ ਜਾਣਕਾਰੀ ਦੇ ਰਿਹਾ ਪ੍ਰੋਫੈਸਰ ਹੁਣੀ। ਤੇ ਚੀਜ਼ ਨਹੀਂ ਸੀ ਕਰਦਾ ਟੋਕਣ ਨੂੰ, ਪਰ ਇੱਕ ਦੋ ਚੀਜ਼ਾਂ ਮੈਂ ਆਪਣੇ ਵੱਲੋਂ ਐਡ ਕਰਨੀਆਂ ਚਾਹੁੰਦਾ ਹੈਗਾ ਕਿ 1978 ਤੋਂ ਲੈ ਕੇ 84 ਤੱਕ ਕਿੰਨੇ ਸਿੱਖਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਦਿੱਤੀਆਂ, ਉਹਦੇ ਵੀ ਜੇ ਅੰਕੜੇ ਦੱਸ ਸਕਣ ਤੇ ਬਹੁਤ ਚੰਗੀ ਗੱਲ ਹੋਊਗੀ। ਦੂਸਰਾ, ਕਨਵਰ ਸੰਧੂ ਹੁਣਾਂ ਨੇ ਇੱਕ ਪੱਤਰਕਾਰ ਨੂੰ ਇੰਟਰਵਿਊ ਕੀਤਾ ਹੈਗਾ, YouTube ਤੇ ਵੀਡੀਓ ਪਈ ਹੈਗੀ ਹੈ, ਤੇ ਉਹਨਾਂ ਨੇ ਬੁੱਕ ਵੀ ਲਿਖੀ ਸੀਗੀ, ਉਹਨਾਂ ਨੂੰ ਹੁਣ ਟਾਈਟਲ ਭੁੱਲ ਗਿਆ ਹੈਗਾ। ਤੇ ਉਹ ਜਿੱਦਣ ਸ਼ਹੀਦੀ ਹੁੰਦੀ ਹੈਗੀ ਆ, ਉਹ ਸੰਤਾਂ ਦੇ ਘਰੇ ਜਾਂਦੇ ਹੈਗੇ ਆ। ਪਰ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਜੇ ਉਹਨਾਂ ਦੇ ਮਨ ਦੇ ਵਿੱਚ ਸੰਤਾਂ ਦੇ ਇਹੋ ਜਿਹੀ ਭਾਵਨਾ ਹੁੰਦੀ ਕਿ ਹਿੰਦੂ ਮਾੜੇ ਆ, ਜਾਂ ਉਹਨਾਂ ਦੇ ਪਿੰਡ ਵਾਲਿਆਂ ਦੇ ਵਿੱਚ, ਜਾਂ ਉਹਨਾਂ ਦੇ ਘਰ ਵਾਲਿਆਂ ਦੇ ਵਿੱਚ, ਤੇ ਉਹ ਹਿੰਦੂ ਦੀ ਆਪਣੀ ਜਵਾਨੀ ਹੈ ਕਿ ਮੈਂ ਉਸ ਘਰ ਗਿਆ, ਮੈਨੂੰ ਘਰ ਗਏ ਨੂੰ ਪਹਿਲਾਂ ਉਹਨਾਂ ਨੇ ਪਾਣੀ ਪੁੱਛਿਆ ਤੇ ਵਿਦਿਨ 5 ਮਿੰਟਸ ਮੇਰੇ ਮੂਹਰੇ ਪ੍ਰਸ਼ਾਦਾ ਆ ਗਿਆ। That's what he said। ਉਹਨੇ ਬੰਦੇ ਨੇ ਇਹ ਗੱਲ ਕਹੀ ਹੈਗੀ ਆ ਕਿ ਹਾਲਾਂਕਿ ਮੈਂ ਇਕੱਲਾ ਇੱਕ ਹਿੰਦੂ ਸੀ ਉਸ ਪਿੰਡ ਦੇ ਵਿੱਚ, ਉਸ ਘਰ ਦੇ ਵਿੱਚ ਉਸ ਵੇਲੇ ਮੌਜੂਦ, ਜਦੋਂ ਉਸ ਪਿੰਡ ਦੇ ਵਿੱਚ ਇਹ ਗੱਲ ਪਤਾ ਲੱਗ ਗਈ ਸੀਗੀ ਸੰਤਾਂ ਦੀ ਜਿਹੜੀ ਸ਼ਹੀਦੀ ਹੋ ਚੁੱਕੀ ਹੈਗੀ ਹੈ। ਪਰ ਉਸ ਤੋਂ ਬਾਅਦ ਜਿਹੜੀ ਗੱਲ ਸਰਕਾਰ ਪ੍ਰਚਾਰਦੀ ਹੈ ਕਿ ਉਹਨਾਂ ਨੇ ਬੰਦੇ ਤਿਆਰ ਕੀਤੇ ਸੀ, ਜਾਂ ਉਹ ਕਹਿ ਰਹੇ ਸੀ ਕਿ ਹਿੰਦੂਆਂ ਨੂੰ ਆਪਾਂ ਛੱਡਣਾ ਨਹੀਂ ਹੈ, ਜੇ ਇਹ ਗੱਲ ਸੱਚੀ ਹੁੰਦੀ ਤੇ ਇਹਦਾ ਕੰਪੇਅਰ ਅਸੀਂ ਦਿੱਲੀ ਨਾਲ ਕਿਉਂ ਨਹੀਂ ਕਰਦੇ ਹੈਗੇ। ਉੱਥੇ ਵੀ ਕਤਲ ਹੋਇਆ, ਉਸ ਤੋਂ ਬਾਅਦ ਲੋਕਾਂ ਨੂੰ ਸ਼ਰੇਆਮ ਲੂਹਿਆ ਗਿਆ, ਸਾੜਿਆ ਗਿਆ, ਪਰ ਪੰਜਾਬ ਦੇ ਵਿੱਚ ਇੱਕ ਵੀ ਇੰਸੀਡੈਂਟ ਨਹੀਂ ਹੋਇਆ। ਜਿੱਦਾਂ ਇਹਨਾਂ ਨੇ ਕਿਹਾ ਕਿ ਲੋਕਾਂ ਕੋਲ ਹਥਿਆਰ ਵੀ ਸੀਗੇ, ਲੋਕ ਜਥੇਬੰਦ ਵੀ ਸੀਗੇ, ਪਰ ਇੱਕ ਵੀ ਇੰਸੀਡੈਂਟ ਨਹੀਂ ਹੋਇਆ ਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ। ਸੋ ਤੁਸੀਂ ਮੈਨੂੰ ਸਵਾਲ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜਸਵੀਰ ਸਿੰਘ ਜੀ, ਬੜੀ ਮਿਹਰਬਾਨੀ। ਉਹਦੇ ਚ ਇਹ ਹੈ ਵੀ ਜਿਹੜੀ ਗਾਂਧੀ ਦੀ ਅਗਵਾਈ ਚ ਜਿਹੜੀ ਭਾਰਤ ਛੱਡੋ ਮੂਵਮੈਂਟ ਚੱਲਦੀ ਹੈ, ਮੇਰੀ ਜਾਣਕਾਰੀ ਮੁਤਾਬਕ ਉਹਦੇ ਚ ਜਿਹੜੇ ਕੁੱਲ ਬੰਦੇ ਗ੍ਰਿਫਤਾਰ ਹੋਏ ਸੀ ਉਹਨਾਂ ਦੀ ਗਿਣਤੀ 40,000 ਤੋਂ ਜ਼ਿਆਦਾ ਨਹੀਂ ਸੀ। ਜਿਹੜੀਆਂ ਕੁਝ ਅੰਕੜੇ 1 ਲੱਖ ਤੱਕ ਵੀ ਇਹ ਗਿਣਤੀ ਨੂੰ ਲਿਜਾਂਦੇ ਆ, ਪਰ 1 ਲੱਖ ਆਪਾਂ ਵੱਧ ਤੋਂ ਵੱਧ ਕਹਿ ਸਕਦੇ ਹਾਂ। ਧਰਮ ਯੁੱਧ ਮੋਰਚੇ ਦੇ ਵੇਲੇ ਜਿਹੜੇ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਉਹਨਾਂ ਦੀ ਗਿਣਤੀ 2.25 ਲੱਖ ਤੋਂ ਜ਼ਿਆਦਾ। ਸੋ ਮਾਸ ਮੂਵਮੈਂਟ ਪੰਜਾਬ ਦੇ ਵਿੱਚ ਬਹੁਤ ਵੱਡੀ ਸੀ 1982 ਦੇ ਸਾਲਾਂ ਦੇ ਵਿੱਚ। ਜਿਹੜੀ ਉਹ ਪੱਤਰਕਾਰ ਦੀ ਘਟਨਾ ਦਾ ਹਵਾਲਾ ਦੇ ਰਹੇ ਆ ਤੁਸੀਂ, ਉਹ 'ਚ ਇੱਕ ਹੋਰ ਵੇਰਵਾ ਵੀ ਵੇਖਣ ਵਾਲਾ ਕਿ ਉਹ ਪੱਤਰਕਾਰ ਤੁਰਿਆ ਜਾ ਰਿਹਾ ਤੇ ਉਹਨੂੰ ਰਾਹ ਨਹੀਂ ਪਤਾ। ਉਹਨੂੰ ਇੱਕ ਸਿੱਖ ਨੌਜਵਾਨ ਆਪਣੇ ਸਾਈਕਲ ਤੇ ਬਿਠਾ ਕੇ ਪਿੰਡ ਦੇ ਜਿਹੜੇ ਅੰਦਰਲੇ ਲੋਕਲ ਰਾਹ ਹੈ ਉੱਥੋਂ ਉਹਨੂੰ ਛੱਡ ਕੇ ਆਉਂਦਾ। ਰਸਤੇ 'ਚ ਨਾ ਕੋਈ ਬੰਦਾ ਨਾ ਪਰਿੰਦਾ, ਉਹ ਬੰਦੇ ਦੀ ਕੋਈ ਸੁਰੱਖਿਆ ਨਹੀਂ ਸੀ। ਸੋ 6 ਜੂਨ 84 ਦੇ ਦਿਨ ਜਦੋਂ ਅਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਦੀ ਖਬਰ ਲੋਕਾਂ ਕੋਲੇ ਆਈ ਸੀ, ਤਾਜ਼ੀ ਖਬਰ ਸੀ, ਉਸ ਵੇਲੇ ਉਹ ਪੱਤਰਕਾਰ ਨੂੰ ਪ੍ਰਸ਼ਾਦਾ ਛਕਾਉਂਦੇ ਆ। ਪਰ ਉਹ ਪੱਤਰਕਾਰ ਦੀ ਗੱਲ ਵੇਖੋ, ਜਦੋਂ ਉਹਨੇ ਘਟਨਾ ਲਿਖੀ, ਉਹਨੇ ਘਟਨਾ ਦੇ ਵਿੱਚ ਇਹ ਨਹੀਂ ਲਿਖਿਆ ਕਿ ਮੈਂ ਜਿਹੜੀ ਸਿੱਖਾਂ ਦੀ ਇਹ ਗੱਲ ਹੈ ਉਹਦੀ ਵਡਿਆਈ ਕਰਦਾ। ਉਹ ਕਹਿੰਦਾ ਵੀ ਪੰਜਾਬੀਆਂ ਦੀ ਇਸ ਗੱਲ ਦੀ ਮੈਂ ਵਡਿਆਈ ਕਰਦਾ। ਸਿਫਤ ਕਰਨ ਲੱਗਿਆ ਉਸ ਬੰਦੇ ਦੇ ਮੂੰਹ ਵੀ ਸਿੱਖ ਸ਼ਬਦ ਨਹੀਂ ਨਿਕਲਦਾ। ਜੇ ਕੋਈ ਵੀ ਚੰਗੀ ਗੱਲ ਹੈ ਉਹਦਾ ਸਾਰੇ ਪੰਜਾਬੀਆਂ ਨੂੰ ਕ੍ਰੈਡਿਟ ਜਾਣਾ,
ਜੇ ਕੋਈ ਵੀ ਮਾੜੀ ਗੱਲ ਹੈ ਉਹ ਸਿੱਖਾਂ ਦੇ ਖਾਤੇ ਪਾਉਣੀ ਹੈ। ਤੋ ਉਹ ਪੰਜਾਬੀ ਤਾਂ ਮੁਸਲਮਾਨ ਵੀ ਹੈ, ਉਹਨਾਂ ਚੋਂ ਬਹੁਤੇ ਸਾਡੇ ਵਾਲੇ ਪਾਸੇ ਪੂਰਬੀ ਪੰਜਾਬ 'ਚ ਵਸਦੇ ਹੀ ਨਹੀਂ। ਪੰਜਾਬੀ ਹਿੰਦੂ ਵੀ ਆ, ਉਹਨਾਂ ਨੇ ਪੰਜਾਬੀ ਸੂਬੇ ਦੌਰਾਨ ਜਿਵੇਂ ਸਿਗਰਟਾਂ ਦੇ ਟੋਟੇ ਸਰੋਵਰਾਂ ਦੇ ਵਿੱਚ ਸੁੱਟੇ ਆ, ਜਿਵੇਂ ਉਹਨਾਂ ਨੇ ਗੁਰਬਾਣੀ ਦੇ ਗੁਟਕਿਆਂ ਦੇ ਪੱਤਰੇ ਪਾੜ ਕੇ ਬਾਜ਼ਾਰਾਂ 'ਚ ਸਿੱਟੇ ਆ, ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ 'ਚ ਬਹੁਤ ਵੱਡੀ ਪੱਧਰ ਤੇ ਮਠਿਆਈਆਂ ਵੰਡੀਆਂ, ਜਿਹੜੀ ਕੁਝ ਸਮਾਂ ਪਹਿਲਾਂ ਕਮਲ ਸੰਧੂ ਨੇ ਦਸਤਾਵੇਜ਼ੀ ਬਣਾਈ ਸੀ, ਡਾਕੂਮੈਂਟਰੀ ਬਣਾਈ ਸੀ ਦਰਬਾਰ ਸਾਹਿਬ ਤੇ ਹਮਲੇ ਬਾਰੇ। ਉਹਦੇ 'ਚ ਉਹਨਾਂ ਨੇ ਫੌਜੀ ਅਫਸਰਾਂ ਨਾਲ ਇੰਟਰਵਿਊ ਕਰਕੇ ਵੇਰਵੇ ਦਿੱਤੇ ਸੀ। ਪਹਿਲਾਂ ਤਾਂ ਇਹ ਆ ਰਿਹਾ ਸੀ ਕਿ ਲੱਡੂ ਵੰਡੇ, ਜਿਵੇਂ 1-2 ਬੰਦੇ 2-4 ਲੱਡੂ ਵੰਡ ਰਹੇ ਆ, ਤੁਹਾਨੂੰ ਸਮਝ ਨਹੀਂ ਆਉਂਦੀ। ਉਹ ਤਾਂ ਰੇਹੜੀਆਂ ਦੇ ਉੱਤੇ ਸਮਾਨ ਰੱਖ ਕੇ ਵੱਡੀ ਗਿਣਤੀ 'ਚ ਭੀੜਾਂ ਦੀ ਸ਼ਕਲ 'ਚ ਲੋਕ ਉਹ ਲੈ ਕੇ ਆ ਰਹੇ ਸੀ ਖਾਣ ਪੀਣ ਦਾ ਸਮਾਨ ਤੇ ਉਹਨੂੰ ਵੰਡ ਰਹੇ ਸੀ। ਤੇ ਉਹ ਆਰਮੀ ਅਫਸਰ ਨੇ ਦੱਸਿਆ ਕਿ ਮੈਂ ਫਿਰ ਉਹ ਭਜਾਏ ਉੱਥੋਂ। ਸੋ ਜਿਹੜੇ ਜਸ਼ਨ ਮਨਾ ਰਹੇ ਆ ਉਹ ਸਾਰੇ ਜਿਹੜੇ ਆ ਉਹ ਵੀ ਪੰਜਾਬੀ ਆ। ਸੋ ਪੰਜਾਬੀਆਂ ਨੂੰ ਕ੍ਰੈਡਿਟ ਨਹੀਂ ਜਾਂਦਾ। ਇਹ ਉਹਨੂੰ ਇੰਨੀ ਕੁ ਨੈਤਿਕਤਾ ਉਹ ਪੱਤਰਕਾਰ ਨੂੰ ਰੱਖਣੀ ਚਾਹੀਦੀ ਸੀ ਕਿ ਉਹ ਕਹਿੰਦਾ ਉਸ ਦਿਨ ਸਿੱਖਾਂ ਨੇ ਜਿਹੜੀ ਮਹਿਮਾਨ ਨਵਾਜ਼ੀ ਵਿਖਾਈ ਮੈਨੂੰ ਰੋਡੇ ਪਿੰਡ ਦੇ ਵਿੱਚ, ਉਹ ਆਪਣੀ ਮਿਸਾਲ ਆਪ ਹੈ। ਪਰ ਉਹ ਲਿਖਣ ਵੇਲੇ ਉਹਦੇ ਮੂੰਹ ਸਿੱਖ ਸ਼ਬਦ ਨਹੀਂ ਨਿਕਲਿਆ, ਉਹਨੇ ਪੰਜਾਬੀ ਕਿਹਾ। ਹਾਂਜੀ ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਇਹ ਥੋੜਾ ਜਿਹਾ ਹੱਥ ਕੁੱਟ ਲੈਂਦੀਆਂ ਜਦੋਂ ਇਹ ਸਾਡੇ ਮੀਡੀਆ ਵਾਲਿਆਂ ਦੀਆਂ ਕਲਮਾਂ ਨੇ ਕਿ ਜਦੋਂ ਕ੍ਰੈਡਿਟ ਦੇਣ ਦਾ ਵੇਲਾ ਹੁੰਦਾ, ਜਦੋਂ ਸਿੱਖਾਂ ਦੀ ਉਪਮਾ ਕਰਨ ਦਾ ਵੇਲਾ ਹੁੰਦਾ। ਭਾਈ ਸਾਹਿਬ ਬੜੀ ਵਧੀਆ ਚਰਚਾ ਤੇ ਬੜੀ ਜਾਣਕਾਰੀ ਭਰਪੂਰ ਚਰਚਾ ਸੀਗੀ। ਆਪਣਾ ਸਮਾਂ ਖਤਮ ਹੋ ਗਿਆ, ਬਲਕਿ ਉੱਤੇ ਹੀ ਗਏ ਚਲੇ ਆਪਾਂ 2-4 ਮਿੰਟ। ਤੇ ਮੈਂ ਉਮੀਦ ਕਰਦਾ ਜੀ ਕਿ ਸਰੋਤਿਆਂ ਨੇ ਵੀ ਇਸ ਮੁਲਾਕਾਤ ਦੇ ਵਿੱਚ ਭਰਪੂਰ ਜਾਣਕਾਰੀ ਹਾਸਲ ਇਕੱਤਰ ਕੀਤੀ ਹੋਏਗੀ। ਔਰ ਕੋਸ਼ਿਸ਼ ਕਰਾਂਗੇ ਭਾਈ ਸ਼ਰਨਦੀਪ ਸਿੰਘ ਜੀ ਕਿ ਜੇਕਰ ਸਮਾਂ ਮਿਲਿਆ ਤੇ ਇੱਕ ਐਪੀਸੋਡ ਹੋਰ ਕਰਕੇ ਆਪਾਂ ਜਿਹੜੇ ਰਹਿੰਦੇ ਇਸ ਦੌਰ ਦੇ ਵਿੱਚ ਇਹਦੇ ਨਾਲ ਜੁੜੇ ਕੁਝ ਰਹਿੰਦੇ ਤੱਥ ਆ, ਕੁਝ ਰਹਿੰਦੇ ਪਹਿਲੂ ਆ, ਉਹਨਾਂ ਨੂੰ ਵਿਚਾਰ ਸਕੀਏ। ਤੁਹਾਡਾ ਅੱਜ ਲਈ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਧੰਨਵਾਦ ਗੁਰੂ ਸਰੀਆ ਸਾਹਿਬ। ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਜੀ ਭਾਈ ਪ੍ਰਭ ਸ਼ਰਨਦੀਪ ਸਿੰਘ ਜੀ, ਨੌਜਵਾਨ ਸਿੱਖ ਚਿੰਤਕ, ਯੂਕੇ ਤੋਂ ਜੁੜੇ ਸੀਗੇ ਆਪਣੇ ਨਾਲ। ਹੁਣ ਆਪਾਂ ਅਗਲੇ ਪ੍ਰੋਗਰਾਮਾਂ ਲਈ ਤੁਹਾਨੂੰ ਰੇਡੀਓ ਵਾਇਸ ਆਫ ਖਾਲਸਾ ਨਾਲ ਛੱਡ ਕੇ ਆਪ ਫਤਿਹ ਬੁਲਾ ਕੇ ਜਾ ਰਹੇ ਹਾਂ। ਸੁਣਦੇ ਜਾਓ ਰੇਡੀਓ ਵਾਇਸ ਆਫ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ।